लगातार हमले हो रहे ने, साजिश दे नाल साडी मां बोली नूं खत्म किया जा रहा। कुछ दिन पहला पंजाब वक्फ बोर्ड वालों एक मता पास किया गया सी कि जिहड़ी पहला ये हुंदा सीगा कि 10वीं तक जिन्हें पंजाब वक्फ बोर्ड दे विच पहले तक दे भर्ती हुई नहीं है, असामियां 35 साल बाद ये 172 बंदियां नूं हुण ये भर्ती कर रहे हैं ਵੱਖ-ਵੱਖ अहुदियां दे उत्ते। ਤਾਂ ਹੁਣ ਇਹਨਾਂ ਨੇ ਨਾਲ ਦੀ ਨਾਲ ਇੱਕ ਨਵਾਂ ਫਰਮਾਨ ਜਾਰੀ ਕਰਤਾ ਜਿਹੜਾ ਕਿ ਪੰਜਾਬ ਵਕਫ ਬੋਰਡ ਦੇ ਵਿੱਚ ਇੱਕ ਆਜ਼ਾਦਾਨਾ ਤੌਰ ਦੇ ਉੱਤੇ ਪੰਜਾਬ ਦਾ ਹੀ ਹੈਗਾ। ਉਹ ਪਹਿਲਾਂ 3 ਸੂਬਿਆਂ ਦਾ ਸੀ, ਹਰਿਆਣਾ, ਹਿਮਾਚਲ ਤੇ ਪੰਜਾਬ ਦਾ, ਪਰ ਹੁਣ ਉਹ ਪੰਜਾਬ ਦਾ ਹੀ ਹੈ। ਤਾਂ ਉਹਦੇ 'ਚ ਇਹ ਸੀਗਾ ਕਿ ਜੇ ਕਿਸੇ ਬੰਦੇ ਨੇ ਕਿਸੇ ਵੀ ਪੰਜਾਬ ਵਕਫ ਬੋਰਡ ਦੇ ਵਿੱਚ ਨੌਕਰੀ ਲੈਣੀ ਆ ਤਾਂ ਉਹਨੂੰ 10ਵੀਂ ਤੱਕ ਜਿਹੜੀ ਪੰਜਾਬੀ ਲਾਜ਼ਮੀ ਤੌਰ ਤੇ ਪੜ੍ਹੀ ਹੋਣੀ ਜ਼ਰੂਰੀ ਹੁੰਦੀ ਸੀ। ਪਰ ਇਹਨਾਂ ਨੇ ਇਹ ਸੋਧ ਕਰਤੀ ਗਈ, ਇਹ ਮਤਾ ਜਿਹੜਾ ਲਿਆਂਦਾ ਕਿ ਹੁਣ 10ਵੀਂ ਤੱਕ ਪੰਜਾਬੀ ਜ਼ਰੂਰੀ ਨਹੀਂ ਹੈਗੀ, ਪੜ੍ਹੀ ਹੋਵੇ ਜਾਂ ਨਾ ਹੋਵੇ ਤੁਸੀਂ ਉਹਦੇ ਲਈ ਅਪਲਾਈ ਕਰ ਸਕਦੇ ਹੋ। ਤਾਂ ਇਹ ਇੱਕ ਬਹੁਤ ਵੱਡਾ ਮਾਰੂ ਜਿਹੜਾ ਸਾਬਤ ਹੋਣਾ ਹੈ ਪੰਜਾਬੀ ਜ਼ਬਾਨ ਦੇ ਲਈ, ਕਿਉਂਕਿ ਇਹਨੂੰ ਦੇਖੋ ਦੇਖ ਪਰ ਹੋਰ ਅਦਾਰਿਆਂ ਦੇ ਵਿੱਚ, ਹੋਰ ਮਹਿਕਮਿਆਂ ਦੇ ਵਿੱਚ ਸ਼ੁਰੂ ਹੋ ਜਾਣਾ ਕੰਮ ਵੀ। ਦੇਖੋ ਜੀ, ਆਹ ਜਿਹੜਾ ਵਕਫ ਬੋਰਡ ਦੇ ਵਿੱਚ ਇਹਨਾਂ ਨੇ ਵੀ ਪਹਿਲਾਂ ਆਹ ਕੀਤਾ, ਸਰਕਾਰ ਨੇ ਉਹਦੇ ਲਈ ਕਾਨੂੰਨ ਬਣਾ ਦਿੱਤਾ, ਹੁਣ ਇਹ ਸਰਕਾਰ ਦੇ ਕੋਲ ਚਲਿਆ ਗਿਆ ਮਤਾ ਪੈ ਕੇ। ਤਾਂ ਇਹਦੀ ਗੱਲ ਜਿਹੜੀ ਮੈਂ ਸ਼ੁਰੂਆਤ ਕਰਨਾ ਚਾਹੁੰਦਾ, ਤੁਸੀਂ ਦੇਖੋ ਕਿ ਪੰਜਾਬ ਦਾ ਵਕਫ ਬੋਰਡ ਹੋਵੇ, ਪੰਜਾਬ ਦੇ ਲੋਕਾਂ ਦੁਆਰਾ ਜਗ੍ਹਾ ਦਿੱਤੀ ਗਈ ਹੋਵੇ, 24,540 ਇਸ ਤਰ੍ਹਾਂ ਦੀਆਂ ਥਾਵਾਂ ਹੈਗੀਆਂ ਨੇ, ਵੱਖ-ਵੱਖ ਥਾਵਾਂ ਪੰਜਾਬ ਦੇ ਵਿੱਚ, ਜਿੱਥੇ 10 ਏਕੜ, ਕਿਤੇ 20 ਏਕੜ, ਕਿਤੇ 100 ਏਕੜ, ਜਾਣੀ ਹਜ਼ਾਰਾਂ ਏਕੜ ਜਿਹੜੀ ਦੀ ਪ੍ਰਾਪਰਟੀ ਹੈ ਵਕਫ ਬੋਰਡ ਦੀ, ਉਹ ਪੰਜਾਬ ਦੇ ਵਿੱਚ, ਉਹ ਪੰਜਾਬ ਦੇ ਲੋਕਾਂ ਨੇ ਦਿੱਤੀ। 47 ਦੇ ਵਿੱਚ ਜਦੋਂ ਪੰਜਾਬ ਵੰਡਿਆ ਗਿਆ, ਦੇਸ਼ ਵੰਡਿਆ ਗਿਆ, ਵੱਡਾ ਟੁੱਕੀ ਹੋਈ ਪੰਜਾਬ ਦੇ ਲੋਕਾਂ ਦੀ ਹੋਈ, ਉੱਜੜਨਾ ਪਿਆ ਪੰਜਾਬ ਦੇ ਲੋਕਾਂ ਨੂੰ ਪਿਆ। ਅੱਜ ਪੰਜਾਬ ਵਕਫ ਬੋਰਡ ਦਾ ਚੇਅਰਮੈਨ ਹੈ ਯੂਪੀ ਤੋਂ, ਇਸ ਲਈ ਬਾਦਲ ਸਰਕਾਰ ਨੇ ਲਾਇਆ ਸੀ ਬਿਹਾਰ ਦਾ। ਹੁਣ ਕਾਂਗਰਸ ਸਰਕਾਰ ਨੇ, ਮੁੱਖ ਮੰਤਰੀ ਨੇ ਆਪਦਾ ਕੋਈ ਨੇੜਲਾ ਬੰਦਾ ਜਿਹੜਾ ਰਾਮਪੁਰ ਰਿਆਸਤ ਦਾ ਨਵਾਬ ਹੈ, ਉਹਦਾ ਨਾਂ ਹੈਗਾ ਜੁਨੈਦ ਰਜ਼ਾ ਖਾਨ, ਉਹਨੂੰ 2017 ਤੋਂ ਲੈ ਕੇ ਚੇਅਰਮੈਨ ਲਾਇਆ ਹੋਇਆ। ਤੇ 4 ਬੰਦੇ ਇਹਨਾਂ ਨੇ ਹੋਰ ਆਪਣੇ ਬੋਰਡ ਦੇ ਵਿੱਚ ਫਿੱਟ ਕਰ ਲਏ ਬਿਹਾਰ ਤੋਂ, ਯੂਪੀ ਤੋਂ। ਫਿਰ ਅਗਲੀ ਸਕੀਮ ਇਹਨਾਂ ਦੀ ਇਹ ਹੈਗੀ ਹੈ ਵੀ ਤੁਸੀਂ ਜਦੋਂ ਹੁਣ ਬੰਦੇ 172 ਬੰਦੇ ਭਰਤੀ ਕਰਨੇ ਆ ਵਕਫ ਬੋਰਡ ਦੇ ਵਿੱਚ, ਤਾਂ ਉਹ ਪੰਜਾਬ ਤੋਂ ਲੋੜ ਨਹੀਂ ਹੈਗੀ, ਉਹ ਯੂਪੀ ਦਾ ਵੀ ਆ ਸਕਦਾ, ਉਹ ਬਿਹਾਰ ਦਾ ਵੀ ਆ ਸਕਦਾ। ਪੰਜਾਬ ਦੇ ਲੋਕ ਤਾਂ ਇੰਨੇ ਬੇਰੁਜ਼ਗਾਰ ਹੋ ਗਏ, ਇੰਨੇ ਮੁਹਤਾਜ ਹੋ ਗਏ ਸਰਕਾਰੀ ਨੌਕਰੀਆਂ ਨੂੰ, ਪੰਜਾਬ ਦੀ ਜਵਾਨੀ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਆ। ਤੇ ਪੰਜਾਬ ਦੇ ਜਿਹੜੇ ਅਦਾਰੇ ਨੇ ਉਹਨਾਂ ਦੇ ਵਿੱਚ ਯੂਪੀ, ਬਿਹਾਰ, ਬੰਗਾਲ ਦੇ ਬੰਦੇ ਲਿਆ ਕੇ ਬਿਠਾਏ ਜਾ ਰਹੇ ਆ। ਤੇ ਇਹਦੇ ਵਿੱਚ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਇਹ ਮਾਰੂ ਜਿਹੜਾ ਫੈਸਲਾ ਉਹ ਬੋਰਡ ਨੇ ਲਿਆ। ਤੇ ਹੁਣ ਅੱਗੇ ਕੈਬਨਿਟ ਦੇ ਵਿੱਚ, ਪੰਜਾਬ ਕੈਬਨਿਟ ਦੇ ਵਿੱਚ ਇਹਨੂੰ ਜੇ ਪਾਸ ਕਰਕੇ ਕਾਨੂੰਨ ਬਣਾ ਦਿੱਤਾ ਜਾਂਦਾ ਤੇ ਬਹੁਤ ਮਾਰੂ ਸਾਬਤ ਹੋਣਾ ਪੰਜਾਬੀ ਜ਼ਬਾਨ ਦੇ ਲਈ। ਤੇ ਇਹਦੇ ਲਈ ਜਿਹੜੀ ਗਦਾਰੀ ਮੈਂ ਸਮਝਦਾ ਕਿ ਜਿਵੇਂ ਕੀਤੀ ਗਦਾਰੀ ਹੈ, 4 ਬੰਦੇ ਤਾਂ ਮੰਨ ਲਓ ਆਪਾਂ ਬਾਹਰਲੇ ਸੂਬਿਆਂ ਦੇ ਸੀਗੇ, ਉਹਨਾਂ ਨੇ ਵੋਟ ਉਹਦੇ ਮਤੇ ਦੇ ਹੱਕ ਦੇ ਵਿੱਚ ਪਾਈ, ਉਹ ਸੋਧ ਦੇ ਹੱਕ ਦੇ ਵਿੱਚ ਪਾਈ ਆ। ਇੱਕ ਪੰਜਾਬੀ ਸੀ ਜਿਹੜੇ ਪਟਿਆਲੇ ਤੋਂ ਨੇ, ਅਬਦੁਲ ਵਾਹਿਦ ਇਹਨਾਂ ਦਾ ਨਾਮ ਹੈ, ਇਹਨੇ ਵੀ ਉਹ ਜਿਹੜੀ ਵੋਟ ਆ ਉਸ ਮਤੇ ਦੇ ਹੱਕ 'ਚ ਪਾਈ। ਜਿਹੜੇ ਪੰਜਾਬੀ ਜ਼ਬਾਨ ਦੀ ਪਿੱਠ ਛੁਰਾ ਮਾਰਨ ਵਾਲਾ ਵੀ ਇੱਕ ਪੰਜਾਬੀ ਉਹਨਾਂ ਨਾਲ ਰਿਹਾ, ਤਾਂ ਜਾ ਕੇ ਉਹਨਾਂ ਦਾ ਜਿਹੜਾ 5 ਵੋਟਾਂ ਹੋਣ ਦੇ ਨਾਲ 6ਵੀਂ ਵੋਟ ਚੇਅਰਮੈਨ ਦੀ ਹੋ ਗਈ। ਤਾਂ 6-5 ਦੇ ਹਿਸਾਬ ਦੇ ਨਾਲ ਇਹ ਮਤਾ ਪਾਸ ਹੋ ਗਿਆ। ਪਰ ਅਸੀਂ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਇੱਥੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਵਕਫ ਬੋਰਡ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਲਾਗੂ ਨਹੀਂ ਹੋਣਗੇ। ਜੇ ਸਰਕਾਰ ਇਸ ਤਰ੍ਹਾਂ ਦਾ ਕੋਈ ਕਾਲਾ ਕਾਨੂੰਨ ਬਣਾਉਂਦੀ ਆ ਤਾਂ ਪੰਜਾਬ ਦੇ ਲੋਕ ਸੜਕਾਂ ਦੇ ਉੱਤਰ। ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਇੱਕ ਚਾਲ ਹੁੰਦੀ ਹੈ ਕਿ ਜ਼ਬਾਨ ਨੂੰ ਧਰਮਾਂ ਦੇ ਨਾਲ ਜਾਂ ਫਿਰਕਿਆਂ ਨਾਲ ਜੋੜ ਦਿੱਤਾ ਜਾਂਦਾ। ਜਿਸ ਤਰ੍ਹਾਂ ਅੰਗਰੇਜ਼ ਕਰਦੇ ਆਏ ਹੈ, ਹਿੰਦੀ ਨੂੰ ਹਿੰਦੂਆਂ ਦੀ ਭਾਸ਼ਾ ਬਣਾਤਾ, ਮੁਸਲਮਾਨਾਂ ਨੂੰ ਉਰਦੂ ਨੂੰ ਮੁਸਲਮਾਨਾਂ ਦੀ ਭਾਸ਼ਾ ਬਣਾ ਦਿੱਤਾ ਗਿਆ, ਸਿੱਖਾਂ ਨੂੰ ਪੰਜਾਬੀ ਨਾਲ ਜੋੜ ਦਿੱਤਾ ਗਿਆ। ਹੁਣ ਵੀ ਇਹੀ ਕੰਮ ਚੱਲ ਰਿਹਾ ਕਿ ਧਰਮ ਨਾਲ ਜੋੜਿਆ ਰਿਹਾ ਜ਼ਬਾਨ ਨੂੰ। ਹਾਲਾਂਕਿ ਜ਼ਬਾਨ ਹਿੰਦੂ, ਸਿੱਖ ਤੇ ਮੁਸਲਮਾਨ ਦੀ ਸਾਂਝੀ ਜ਼ਬਾਨ ਪੰਜਾਬੀ ਹੈ। ਉਹ ਪੰਜਾਬੀ ਪਹਿਲਾਂ ਸੀਗੇ, ਉਹ ਵੱਖ-ਵੱਖ ਧਰਮਾਂ ਦੇ ਜਾਂ ਫਿਰਕਿਆਂ ਦੇ ਵਿੱਚ ਬਾਅਦ 'ਚ ਆਏ ਲੋਕ। ਦੂਜਾ ਜਿਹੜਾ ਬਹੁਤ ਘਾਤਕ ਫੈਸਲਾ ਹੋਰ ਲਿਆ ਗਿਆ ਸਰਕਾਰ ਵੱਲੋਂ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪਹਿਲੀ ਤੋਂ ਹੀ
ਪੰਜਾਬੀ ਨੂੰ ਕੱਢ ਕੇ ਅੰਗਰੇਜ਼ੀ ਨੂੰ ਲਾਜ਼ਮੀ ਕਰ ਦਿੱਤਾ ਗਿਆ। ਅਸੀਂ ਤਾਂ ਅੱਗੇ ਰੌਲਾ ਪਾਉਂਦੇ ਆ ਰਹੇ ਹਾਂ ਕਿ ਜਿਹੜੇ ਪੰਜਾਬ ਦੇ ਜਿੰਨੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਨੇ ਉਹਨਾਂ ਦੇ ਵਿੱਚ ਪੰਜਾਬੀ ਬੋਲਣ ਤੇ ਜੁਰਮਾਨੇ ਹੁੰਦੇ ਨੇ, ਪਾਬੰਦੀਆਂ ਲੱਗਦੀਆਂ ਨੇ, ਪੰਜਾਬੀ ਸਹੀ ਤਰੀਕੇ ਨਾਲ ਪੜ੍ਹਾਈ ਵੀ ਨਹੀਂ ਜਾਂਦੀ। ਅਸੀਂ ਬਥੇਰੇ ਥਾਂ ਰੌਲਾ ਪਾਇਆ, ਸੰਘਰਸ਼ ਲਗਾਤਾਰ ਪਿਛਲੇ 5 ਸਾਲਾਂ ਤੋਂ ਲੜ ਰਹੇ ਹਾਂ। ਹੁਣ ਪੰਜਾਬ ਸਰਕਾਰ ਨੇ ਹੀ ਫੈਸਲਾ ਕਰ ਲਿਆ, ਹੁਣ ਜੇ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਨਹੀਂ ਹੋਊਗੀ ਤੇ ਅਸੀਂ ਫਿਰ ਦਿੱਲੀ ਜਾਂ ਚੰਡੀਗੜ੍ਹ ਤਾਂ ਬਹੁਤ ਦੂਰ ਦੀਆਂ ਗੱਲਾਂ ਰਹਿ ਗਈਆਂ। ਸੋ ਉਹ ਵੀ ਸਾਡਾ ਇੱਕ ਨਾਲ ਹੈਗਾ। ਲੋਕਾਂ ਨੂੰ ਇੱਥੇ ਜਗਾਉਣਾ ਚਾਹੁੰਦੇ ਆ ਕਿ ਯਾਰ ਮੈਂ ਕਹਿੰਦਾ ਸਭ ਤੋਂ ਵੱਡੀ ਗੱਲ, ਵੱਡਾ ਕਸੂਰ ਸਾਡੇ ਪੰਜਾਬ ਦੇ ਲੋਕਾਂ ਦਾ, ਉਹਨਾਂ ਜਵਾਕਾਂ ਦੇ ਮਾਪਿਓ ਦਾ ਜਿਹੜੇ ਗੱਲ ਨੂੰ ਸਮਝ ਹੀ ਨਹੀਂ ਰਹੇ। ਜ਼ਬਾਨ ਦੀ ਕੀਮਤ ਹੈ, ਜਿਹੜੀ ਜ਼ਬਾਨ ਦੀ ਅਹਿਮੀਅਤ ਹੈ, ਇੱਕ ਕੌਮ ਲਈ, ਇੱਕ ਵਿਰਾਸਤ ਲਈ ਕਿੰਨੀ ਅਹਿਮ ਹੁੰਦੀ ਆ। ਮੰਨ ਲਓ ਮੇਰੇ ਸਾਹਮਣੇ ਕੋਈ ਮੇਜ਼ ਦੇ ਉੱਤੇ ਇੱਕ ਹੀਰਾ ਪਿਆ ਤੇ ਜੇ ਮੈਨੂੰ ਉਹਦੀ ਅਹਿਮੀਅਤ ਨਹੀਂ ਪਤਾ, ਉਹਦੀ ਕੀਮਤ ਨਹੀਂ ਪਤਾ, ਤਾਂ ਮੈਨੂੰ ਪੱਥਰ ਹੀ ਸਮਝੂਗਾ। ਸਾਡੇ ਲੋਕਾਂ ਨੂੰ ਮੈਨੂੰ ਲੱਗਦਾ ਕਿ ਸਾਡੀ ਜ਼ਬਾਨ ਦੀ ਕੀਮਤ ਨਹੀਂ ਪਤਾ, ਅਹਿਮੀਅਤ ਨਹੀਂ ਪਤਾ। ਕਿੱਡੀਆਂ ਕਿੱਡੀਆਂ ਸੱਭਿਆਤਾਵਾਂ, ਮਹਿੰਜੋਦੜੋ ਸੱਭਿਅਤਾ, ਹੜੱਪਾ ਸੱਭਿਅਤਾ, ਸਿੰਧ ਘਾਟੀ ਦੀ ਸੱਭਿਅਤਾ ਖਤਮ ਹੋ ਗਈਆਂ। 5 ਸੱਭਿਅਤਾਵਾਂ ਖਤਮ ਹੋ ਗਈਆਂ ਇੱਥੇ, ਜਿਨ੍ਹਾਂ ਦਾ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਹੈ। ਅੱਜ ਜਦੋਂ ਉਹਨਾਂ ਦੀ ਲਿਪੀ ਆਪਾਂ ਦੇਖਦੇ ਹਾਂ, ਲਿਖੀ ਹੋਈ ਮਿਲਦੀ ਹੈ, ਤਾਂ ਉਹਨੂੰ ਕੋਈ ਪੜ੍ਹਨ ਵਾਲਾ ਹੀ ਨਹੀਂ ਰਿਹਾ। ਤਾਂ ਮੈਂ ਪੰਜਾਬੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਵੀ ਯਾਦ ਰੱਖਿਓ, ਜੇ ਇੰਨੇ ਤੁਸੀਂ ਨਿਖਿੱਧ ਬਣੇ ਰਹੇ, ਨਿਕੰਮੇ ਬਣੇ ਰਹੇ, ਇੰਨੇ ਲਾਈ ਲੱਗ ਰਹੇ, ਅੱਜ ਵੀ ਨਾ ਜਾਗੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਜ਼ਬਾਨ ਨੇ, ਪੰਜਾਬੀ ਵਿਰਾਸਤ ਨੇ, ਇਤਿਹਾਸ ਦਾ ਇੱਕ ਰੱਦੀ ਪੰਨਾ ਬਣ ਜਾਣਾ। ਇਹ ਫਿਰ ਇਹਨੂੰ ਪੜ੍ਹਨ ਵਾਲਾ ਵੀ ਸ਼ਾਇਦ ਕੋਈ ਨਾ ਰਵੇ ਆਉਣ ਵਾਲੇ 100, 200, 400 ਸਾਲ ਦੇ ਵਿੱਚ ਕਿ ਪੰਜਾਬੀ ਜ਼ਬਾਨ ਕੋਈ ਇੱਥੇ ਇਹ ਲਿਪੀ ਨਹੀਂ ਸਮਝ ਆਉਣੀ ਲੋਕਾਂ ਨੂੰ ਕਿ ਕਿਹੜੀ ਲਿਪੀ ਹੈ। ਜਿਵੇਂ ਅੱਜ ਅਸੀਂ ਉੱਚਾ ਪਿੰਡ ਸੰਘੋਲ ਜਾਂਦੇ ਹਾਂ, ਜਦੋਂ ਉਹਨਾਂ ਦੀਆਂ ਪੱਥਰਾਂ ਦੇ ਉੱਤੇ ਲਿਖੀ ਹੋਈ ਲਿਪੀ ਮਿਲਦੀ, ਉਹਨੂੰ ਪੜ੍ਹਨ ਵਾਲੀ ਕੋਈ ਰਿਹਾ ਨਹੀਂ। ਸੋ ਇਹ ਬਹੁਤ ਵੱਡੇ ਖਦਸ਼ੇ ਜਿਹੜੇ ਹੈਗੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਲਾਗੂ ਇਹ ਸਰਕਾਰਾਂ ਕਰ ਰਹੀਆਂ ਨੇ। ਦੇਖੋ ਕਿੱਡੀ ਵੱਡੀ ਸਾਡੇ ਪੰਜਾਬ ਦੀ ਤਰਾਸਦੀ ਹੈ। ਮੈਨੂੰ ਸਿਆਸਤ ਦੇ ਨਾਲ ਜੋੜੂੰਗਾ ਕਿਉਂਕਿ ਹਰ ਗੱਲ ਸਿਆਸਤ ਨਾਲ ਜੁੜ ਕੇ ਚੱਲਦੀ ਹੈ। ਸਰਕਾਰਾਂ ਕੋਈ ਕਾਨੂੰਨ ਲੈ ਕੇ ਆਉਂਦੀਆਂ ਨੇ, ਮਤੇ ਲੈ ਕੇ ਆਉਂਦੀਆਂ ਨੇ। ਇੱਕ ਪਾਸੇ ਤਾਂ ਹੁਣ ਜੇ ਪੰਜਾਬ ਦੇ ਕੋਈ ਮਸਲੇ ਨੂੰ ਲੈ ਕੇ ਜਾਣਾ ਹੈ ਤਾਂ ਸਾਨੂੰ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਹੈ, ਕਿਸੇ ਐਮਐਲਏ ਨੇ ਮਿਲਣਾ ਹੈ, ਕਿਸੇ ਵਜ਼ੀਰ ਨੇ ਮਿਲਣੇ ਹੈ, ਕਿਸੇ ਕੋਈ ਬਦਲੀ ਕਰਾਉਣੀ ਅਫਸਰ ਨੇ, ਤਾਂ ਤੁਹਾਨੂੰ ਰੂਸਾ ਆਲਮ ਕੋਲੇ ਜਾਣਾ ਪੈਣਾ। ਹੁਣ ਜੇ ਦੂਜੇ ਪਾਸੇ ਪੰਜਾਬੀ ਜ਼ਬਾਨ ਦੇ ਖਿਲਾਫ ਫਤਵੇ ਜਾਰੀ ਹੋਏ ਨੇ, ਇੱਕ ਯੂਪੀ ਤੋਂ ਬੰਦਾ ਲਿਆ ਕੇ ਬਿਠਾਤਾ, ਉਹ ਇੱਕ ਦੀ ਪਾਕਿਸਤਾਨ ਤੋਂ ਆਈ ਹੋਈ ਦੋਸਤ ਆ, ਉਹ ਫੈਸਲੇ ਲੈ ਰਹੀ ਹੈ ਪੰਜਾਬ ਬਾਰੇ, ਇੱਕ ਪੰਜਾਬੀ ਜ਼ਬਾਨ ਬਾਰੇ। ਇਹਨਾਂ ਦਾ ਇੱਕ ਨਵਾਬ ਜਿਹੜਾ ਯੂਪੀ ਤੋਂ ਲਿਆ ਕੇ ਇਹਨਾਂ ਨੇ ਬਿਠਾਇਆ ਹੈ ਪੰਜਾਬੀਆਂ ਦੇ ਸਿਰ ਦੇ ਉੱਤੇ, ਤਾਂ ਉਹ ਅੱਜ ਫੈਸਲੇ ਲੈ ਰਿਹਾ ਪੰਜਾਬੀ ਜ਼ਬਾਨ ਦੇ ਆ ਕੇ। ਸੋ ਕਿੱਡਾ ਵੱਡਾ ਦੁਖਾਂਤ ਆ। ਮੈਂ ਸਮਝਦਾ ਕਿੱਡੀ ਵੱਡੀ ਬਦਕਿਸਮਤੀ ਆ ਪੰਜਾਬੀ ਦੇ ਲੋਕਾਂ ਦੀ, ਕਿ ਮੈਂ ਸਮਝਦਾ ਕਿ ਜਿਹੜਾ ਪੰਜਾਬ ਦਾ ਹੁਣ ਮੁੱਖ ਮੰਤਰੀ ਬਣਿਆ, ਮੈਂ ਤਾਂ ਕਦੇ ਦੇਖੇ ਨਹੀਂ ਕਿਤੇ ਇਹ ਪੱਤਰਕਾਰਾਂ ਨਾਲ ਗੱਲ ਪੰਜਾਬੀ 'ਚ ਕਰਦਾ ਹੋਵੇ, ਅੱਧੀ ਅੰਗਰੇਜ਼ੀ ਅੱਧੀ ਹਿੰਦੀ, ਜਾਂ ਇਹ ਕੋਈ ਹੋਰ ਗੱਲਬਾਤ ਕਰਨੀ ਹੁੰਦੀ ਉੱਥੇ ਵੀ ਅੰਗਰੇਜ਼ੀ 'ਚ ਬੋਲੀ ਜਾਂਦੇ ਹੁੰਦੇ ਨੇ। ਫਿਰ ਵੋਟਾਂ ਵੀ ਅੰਗਰੇਜ਼ੀ 'ਚ ਮੰਗਿਆ ਕਰੋ ਯਾਰ ਲੋਕਾਂ ਨੂੰ ਜਾ ਕੇ। ਅਸੀਂ ਕਿਸੇ ਜ਼ਬਾਨ ਦੇ ਖਿਲਾਫ ਨਹੀਂ ਹਾਂ, ਸਾਰੀਆਂ ਜ਼ਬਾਨਾਂ ਦਾ ਸਤਿਕਾਰ ਹੈ, ਉਹ ਚਾਹੇ ਹਿੰਦੀ ਹੈ, ਚਾਹੇ ਉਰਦੂ ਹੈ, ਚਾਹੇ ਅਰਬੀ ਹੈ, ਚਾਹੇ ਅੰਗਰੇਜ਼ੀ ਹੈ। ਪਰ ਜਿੱਥੇ ਸਾਡੀ ਮਾਂ ਬੋਲੀ ਦੀ ਗੱਲ ਆਉਂਦੀ ਹੈ, ਜਿਸ ਮਾਂ ਬੋਲੀ ਕਰਕੇ ਸਾਡਾ ਵਜੂਦ ਜਿਉਂਦਾ, ਪੰਜਾਬੀ ਕੌਮ ਦੀ ਹੋਂਦ ਨੇ ਦੁਨੀਆ ਦੇ ਵਿੱਚ ਪੰਜਾਬੀ ਜ਼ਬਾਨ ਕਰਕੇ, ਉਹ ਲੜਾਈ ਸਾਡੀ ਵਜੂਦ ਦੀ ਹੈ, ਲੜਾਈ ਸਾਡੀ ਹੋਂਦ ਦੀ ਹੈ ਪੰਜਾਬੀਆਂ ਦੀ। ਪੰਜਾਬੀਓ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਸਾਡਾ ਇਹ ਜ਼ਬਾਨ ਨਾ ਜਿਉਂਦੀ ਰਹੀ ਤੇ ਸਾਡੇ ਵਜੂਦ ਨਹੀਂ ਮਰ ਜਾਣਾ। ਸੋ ਲੜਾਈ ਅਸੀਂ ਇੱਥੇ ਨਹੀਂ ਖੜਾਂਗੇ ਜੇ ਕਦੇ ਸਰਕਾਰ ਨਹੀਂ ਜਿਹੜਾ ਸਕੂਲਾਂ ਵਾਲਾ ਮਸਲਾ ਵਾਪਸ ਨਹੀਂ ਲੈਂਦੀ ਫੈਸਲਾ, ਜਾਂ ਵਕਫ ਬੋਰਡ ਵਾਲਾ ਕੋਈ ਕਾਨੂੰਨ ਪਾਸ ਕਰ ਦਿੰਦੀ ਹੈ, ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ, ਅਸੀਂ ਗਵਾਹੀ ਕਰਾਂਗੇ ਤਾਂ ਇਹ ਸੜਕਾਂ ਦੇ ਉਤਰਾਂਗੇ। ਗੱਲ ਕੀਤੀ ਭਾਸ਼ਾ ਤਾਂ ਹੈਗੀ ਹੈ, ਜ਼ਰੂਰੀ ਵੀ ਹੈਗੀ ਹੈ, ਪਰ ਉਹਨਾਂ ਦਾ ਨਾਲ ਇਹਨੇ ਅੰਗਰੇਜ਼ੀ ਸ਼ੁਰੂ ਕਰਤੀ। ਉਹ ਇਸ ਕਰਕੇ ਸੋਚੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਈਲਾਈਟ ਕਰਦੇ ਬਸ 30% ਲੋਕ ਜਿਹੜੇ ਬੱਚੇ ਆ ਉਹ ਪਬਲਿਕ ਸਕੂਲਾਂ 'ਚ ਦਾਖਲ ਹੋਏ, ਸਰਕਾਰੀ ਸਕੂਲਾਂ 'ਚ। ਉਹਨਾਂ ਦੇ ਮਾਂ-ਬਾਪ ਕਹਿੰਦੇ ਵੀ ਸਾਡੇ ਬੱਚੇ ਅੰਗਰੇਜ਼ੀ ਪੜ੍ਹਦੇ ਤੇ ਅੰਗਰੇਜ਼ੀ ਵੀ ਤੋਂ ਪਹਿਲੀ ਤੋਂ ਪੜ੍ਹਾਓ। ਉਹਨਾਂ ਦਾ ਪਹਿਲੀ ਤੋਂ ਪੜ੍ਹਾਉਣੀ ਸ਼ੁਰੂ ਕੀਤੀ ਹੈ ਤਾਂ ਕਿ ਪੰਜਾਬੀ ਦੀ ਖਤਮ ਨਹੀਂ ਤੁਸੀਂ ਇਹ ਦੇਖੋ ਨਹੀਂ, ਖਤਮ ਨਹੀਂ ਅਸੀਂ ਕਹਿੰਦੇ, ਉਹ ਇੱਕ ਕਦਮ ਦਰ ਕਦਮ ਉਹਨਾਂ ਨੇ ਉਹ ਵਧਾ ਲਿਆ, ਕਦਮ ਉਧਰ ਨੂੰ ਅੰਗਰੇਜ਼ੀ ਸ਼ੁਰੂ ਕਰਾਤੀ, ਪੰਜਾਬੀ ਨੂੰ ਖਤਮ ਕਰਨ ਦਾ ਕਦਮ ਵਧਾ ਲਿਆ। ਤੁਸੀਂ ਇਹ ਦੇਖੋ, ਮੈਨੂੰ ਦੱਸੋ ਪੰਜਾਬ ਦੇ ਜਿੰਨੇ ਆਈਪੀਐਸ ਆਈਏਐਸ ਨੇ 6ਵੀਂ ਤੋਂ ਤੱਪੜਾਂ ਵਾਲੇ ਸਕੂਲਾਂ 'ਚ ਪੜ੍ਹ ਕੇ ਜਿਹੜੇ ਪੰਜਾਬੀ ਮਾਧਿਅਮ ਦੇ ਸਕੂਲ ਸੀ ਉੱਥੋਂ ਤੱਕ ਕੀਤੀ ਹੈ। ਆਪਣੇ ਵਰਿੰਦਰ ਸ਼ਰਮਾ ਜੀ ਡੀਸੀ ਲੱਗੇ ਹੋਏ ਨੇ, ਆਈਏਐਸ ਹੈ, ਉਹਨਾਂ ਨੇ ਜਿਹੜੀ ਆਈਏਐਸ ਪੰਜਾਬੀ 'ਚ ਕੀਤੀ ਹੈ। ਉਹ ਵੀ ਇਹਨੂੰ ਇਹ ਨਾ ਆਪਾਂ ਕਿਤੇ ਕਿ ਵੀ ਅੰਗਰੇਜ਼ੀ ਦੇਖੋ ਠੀਕ ਆ, ਆਪਾਂ ਇਹ ਕਦੇ ਤਾਂ ਅਸੀਂ ਕਹੇ ਹੀ ਨਹੀਂ ਵੀ ਅੰਗਰੇਜ਼ੀ ਨਾ ਪੜ੍ਹਾਓ, ਅੰਗਰੇਜ਼ੀ ਦਾ ਪੜ੍ਹਾਉਣੀ ਜ਼ਰੂਰੀ ਆ। ਅੱਜ ਤਾਂ ਆਪਾਂ ਦੇਖਦੇ ਹਾਂ ਪੰਜਾਬੀ ਦਾ ਕਾਸਟ ਨਹੀਂ ਹੈ,
ਪਰ ਜੇ ਤੁਸੀਂ ਅੰਗਰੇਜ਼ੀ ਦੇ ਇਵਜ਼ ਦੇ ਵਿੱਚ ਪੰਜਾਬੀ ਨੂੰ ਮਾਰੋਗੇ, ਉਹ ਤਾਂ ਗਲਤ ਹੈ। ਨਹੀਂ ਉਹ ਤਾਂ ਪੰਜਾਬੀ ਆਪ ਹੀ ਮਾਰ ਰਹੇ ਨੇ। ਆਈਲੈਟਸ ਦੇ ਕਿੰਨੇ ਸੈਂਟਰ ਖੁੱਲੇ ਹੋਏ ਨੇ, ਕੋਈ ਉਹਨਾਂ ਦਾ ਉਹ ਕਰ ਰਿਹਾ। ਹਰੇਕ ਬੱਚਾ ਜਿਹੜਾ ਵੀ ਪਾਸ ਟੂ ਕਰਦਾ ਸਿੱਧਾ ਸ਼ੇਰ ਸਿੰਘ ਸਿਰਸਾ ਜੀ, ਡਾਕਟਰ ਸਰਬਜੀਤ ਸਿੰਘ, ਆ ਜਾਓ ਜੀ, ਅਸੀਂ ਤਾਂ ਤੁਹਾਨੂੰ ਉਡੀਕੀ ਜਾਂਦੇ ਆ। ਆਓ ਜੀ, ਆ ਜਾਓ, ਆ ਜਾਓ। ਕੇਂਦਰੀ ਪੰਜਾਬੀ ਲੇਖਕ ਸਭਾ ਦਾ ਇਸ ਵੇਲੇ ਮੌਜੂਦਾ ਜਨਰਲ ਸਕੱਤਰ ਹਾਂ। ਕੇਂਦਰੀ ਪੰਜਾਬੀ ਲੇਖਕ ਸਭਾ ਸਾਡੀ 1955 ਤੋਂ ਬਣੀ ਹੋਈ ਸੰਸਥਾ ਆ। ਲਗਾਤਾਰ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਆਵਾਜ਼ ਉਠਾਉਂਦੇ ਰਹੇ ਹਾਂ ਕਿ ਪੰਜਾਬ ਰਾਜ ਭਾਸ਼ਾ ਐਕਟ ਉਹਨੂੰ ਸੋਧਿਆ ਜਾਵੇ ਤੇ ਉਸ ਐਕਟ ਦੇ ਵਿੱਚ ਜਿਹੜੇ ਅਫਸਰ ਪੰਜਾਬੀ ਵਿੱਚ ਨਹੀਂ ਕੰਮ ਕਰਦੇ ਉਹਨਾਂ ਦੇ ਖਿਲਾਫ ਸਜ਼ਾ ਦੀ ਧਾਰਾ ਜੋੜੀ ਜਾਵੇ। 2008 ਦੇ ਵਿੱਚ ਇਹਨਾਂ ਨੇ ਪੰਜਾਬ ਰਾਜ ਭਾਸ਼ਾ ਐਕਟ ਨੂੰ ਸੋਧਿਆ। ਜਿਹੜਾ ਪੰਜਾਬ ਰਾਜ ਭਾਸ਼ਾ ਐਕਟ 1967 ਬਣਿਆ ਸੀਗਾ, ਜਦੋਂ ਲక్ష్మణ ਸਿੰਘ ਗਿੱਲ ਥੋੜ੍ਹੇ ਸਮੇਂ ਲਈ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕੀਤਾ ਤੇ ਪੰਜਾਬ ਰਾਜ ਭਾਸ਼ਾ ਐਕਟ ਦੀ ਸਥਾਪਨਾ ਕੀਤੀ। ਔਰ ਮੈਂ ਇਹ ਗੱਲ ਇੱਥੇ ਨਾਲ ਹੀ ਜੋੜਨੀ ਚਾਹੁੰਦਾ ਕਿ ਭਾਰਤੀ ਸੰਵਿਧਾਨ ਇਸ ਗੱਲ ਦੀ ਗਰੰਟੀ ਦਿੰਦਾ ਆ ਕਿ ਹਰ ਖਿੱਤੇ ਦੀ ਭਾਸ਼ਾ ਦਾ, ਹਰ ਖਿੱਤੇ ਦੇ ਸੱਭਿਆਚਾਰ ਦਾ ਜਿਹੜਾ ਉਹ ਇਹਤਰਾਮ ਹੋਣਾ ਚਾਹੀਦਾ, ਕਿਉਂਕਿ ਹਿੰਦੁਸਤਾਨ ਵੱਖਰੀਆਂ ਵੱਖਰੀਆਂ ਜ਼ੁਬਾਨਾਂ ਬੋਲਣ ਵਾਲਾ, ਵੱਖਰੇ ਵੱਖਰੇ ਸੱਭਿਆਚਾਰ ਪਿਛੋਕੜਾਂ ਵਾਲਾ, ਵੱਖਰੇ ਵੱਖਰੇ ਧਾਰਮਿਕ ਅਕੀਦਿਆਂ ਵਾਲਾ ਦੇਸ਼ ਆ। ਤੇ ਜੇ ਤੁਸੀਂ ਇੱਕ ਵੱਡੇ ਦੇਸ਼ ਨੂੰ ਇਕੱਠਾ ਰੱਖਣਾ ਆ, ਇਹ ਬਹੁਤ ਜ਼ਰੂਰੀ ਆ ਕਿ ਹਰ ਖਿੱਤੇ ਦੀ ਭਾਸ਼ਾ, ਹਰ ਖਿੱਤੇ ਦੇ ਸੱਭਿਆਚਾਰ, ਉਹਦਾ ਅਸੀਂ ਸਤਿਕਾਰ ਕਰਨਾ ਸਿੱਖੀਏ। ਇਸ ਕਰਕੇ ਜਿਹੜਾ ਸਾਡਾ ਸੰਵਿਧਾਨ ਆ ਉਹ ਸਾਡੀਆਂ 22 ਭਾਸ਼ਾਵਾਂ ਨੂੰ, ਹਿੰਦੁਸਤਾਨ ਦੀਆਂ 22 ਭਾਸ਼ਾਵਾਂ ਨੂੰ ਜਿਹਦੇ 'ਚ ਅਸੀਂ ਰਾਸ਼ਟਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ। ਇਹਨਾਂ ਰਾਸ਼ਟਰੀ ਭਾਸ਼ਾਵਾਂ ਨੂੰ ਹਰ ਖਿੱਤੇ ਦੀ ਜਿਹੜੀ ਜ਼ੁਬਾਨ ਆ, ਉਹਦਾ ਸੱਭਿਆਚਾਰ ਆ, ਉਹਦੀ ਪ੍ਰਫੁੱਲਤ ਲਈ ਡਿਵੈਲਪ ਕਰਨ ਲਈ ਸਰਕਾਰ ਦੀ ਸੰਵਿਧਾਨਕ ਡਿਊਟੀ ਬਣਦੀ ਆ। 2008 ਵਿੱਚ ਜਿਹੜਾ ਪੰਜਾਬ ਰਾਜ ਭਾਸ਼ਾ ਐਕਟ ਸੋਧਿਆ ਗਿਆ, ਉਹਦੇ ਮੁਤਾਬਕ ਇਹ ਸੀ ਕਿ ਸਾਡੀ ਸਰਕਾਰ 6 ਮਹੀਨਿਆਂ ਦੇ ਵਿੱਚ ਲੋਕਲ ਕੋਰਸ ਦਾ ਸਾਰਾ ਕੰਮ ਪੰਜਾਬੀ 'ਚ ਕਰੇਗੀ। ਕਿਉਂਕਿ ਕੋਰਸ ਵਿੱਚ ਹੁੰਦਾ ਕੀ ਆ ਕਿ ਜਿਸ ਨੂੰ ਸਜ਼ਾ ਸੁਣਾਈ ਜਾਣੀ ਆ ਉਹ ਅੰਗਰੇਜ਼ੀ 'ਚ ਸਮਝਦਾ ਨਹੀਂ, ਜਿਹਨੂੰ ਸੁਣਾਉਣੀ ਆ ਉਹ ਅੰਗਰੇਜ਼ੀ ਬੋਲਦਾ, ਜਿਹੜਾ ਉਹਦਾ ਵਕੀਲ ਆ ਉਹ ਅੰਗਰੇਜ਼ੀ ਬੋਲਦਾ। ਬੰਦੇ ਨੂੰ ਪਤਾ ਨਹੀਂ ਕਿ ਮੇਰੀ ਕਿਸਮਤ ਦਾ ਫੈਸਲਾ ਕੀ ਹੋਏਗਾ। ਇਸ ਕਰਕੇ ਪੰਜਾਬ ਸਰਕਾਰ ਦੀ ਆਪ ਦੀ ਇਹ ਮਾਨਤਾ ਸੀ ਕਿ ਅਸੀਂ 6 ਮਹੀਨਿਆਂ ਵਿੱਚ ਪੰਜਾਬ ਦਾ ਜਿਹੜਾ ਲੋਅਰ ਕੋਰਸ ਆ ਉਹਦਾ ਸਾਰਾ ਕੰਮ ਪੰਜਾਬੀ 'ਚ ਕਰਾਂਗੇ। ਜਿੱਥੇ ਵੀ ਰਾਜ ਭਾਸ਼ਾ ਐਕਟ ਬਣਦਾ ਕੋਈ, ਉਸ ਰਾਜ ਭਾਸ਼ਾ ਐਕਟ ਦੇ ਮੁਤਾਬਕ ਉਸ ਖਿੱਤੇ ਦਾ ਸਾਰਾ ਪ੍ਰਸ਼ਾਸਨ ਦਾ ਕੰਮ ਪੰਜਾਬੀ 'ਚ ਹੋਣਾ ਚਾਹੀਦਾ। ਅੱਜ ਪੰਜਾਬੀ ਦੀ ਪੰਜਾਬ ਦੇ ਵਿੱਚ ਸੰਵਿਧਾਨਕ ਪੋਜੀਸ਼ਨ ਕੀ ਆ? ਅੱਜ ਪੰਜਾਬੀ ਦੀ ਪੰਜਾਬ ਵਿੱਚ ਸੰਵਿਧਾਨਕ ਪੋਜੀਸ਼ਨ ਇਹ ਆ ਕਿ ਪੰਜਾਬ ਦਾ ਸਾਰਾ ਪ੍ਰਸ਼ਾਸਨ ਪੰਜਾਬੀ 'ਚ ਹੋਣਾ ਚਾਹੀਦਾ। ਸਾਡੇ ਤਾਂ ਦਿਲਚਸਪ ਗੱਲ ਇਹ ਆ ਕਿ ਸਾਡਾ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਵੋਟ ਲੈ ਕੇ ਮੁੱਖ ਮੰਤਰੀ ਬਣਦਾ ਆ ਤੇ ਸਹੁੰ ਚੁੱਕਣ ਲੱਗਾ ਹੀ ਪੰਜਾਬ ਰਾਜ ਭਾਸ਼ਾ ਐਕਟ ਦੀ ਉਲੰਘਣਾ ਕਰਦਾ ਆ। ਜਦੋਂ ਉਹ ਸਹੁੰ ਅੰਗਰੇਜ਼ੀ ਵਿੱਚ ਚੁੱਕਦਾ ਆ, ਜਿੱਦੇ ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜ਼ੀ ਭਾਸ਼ਾ ਵਿੱਚ ਸਹੁੰ ਚੁੱਕੀ ਸੀ, ਮੈਂ ਉਸ ਦਿਨ ਜੈਪੁਰ ਸੀ, ਮੇਰੇ ਨਾਲ ਸੀ ਡਾਕਟਰ ਸਰਬਜੀਤ ਸਿੰਘ। ਅਸੀਂ ਜੈਪੁਰ ਤੋਂ ਇਹ ਬਿਆਨ ਦਿੱਤਾ ਸੀ ਕਿ ਮਹਾਰਾਜ ਤੁਸੀਂ ਜਿਸ ਸੂਬੇ ਦੇ ਮੁੱਖ ਮੰਤਰੀ ਬਣੇ ਹੋ ਉਹਦੇ ਰਾਜ ਭਾਸ਼ਾ ਦੀ ਦੇ ਐਕਟ ਦੀ ਉਲੰਘਣਾ ਤੁਸੀਂ ਖੁਦ ਕਰ ਰਹੇ ਹੋ। ਹਾਲਾਂਕਿ ਸਰਕਾਰ ਦੀ ਡਿਊਟੀ ਹੁੰਦੀ ਹੈ ਰਾਜ ਭਾਸ਼ਾ ਐਕਟ ਨੂੰ ਲੋਕਾਂ ਤੱਕ ਲਿਜਾ ਕੇ ਉਹਦੀ ਲੋਕਾਂ ਤੋਂ ਮਾਨਤਾ ਕਰਵਾਉਣੀ। ਦੂਜੀ ਗੱਲ ਜਿਹੜੀ ਸਭ ਤੋਂ ਵੱਧ ਖਤਰਨਾਕ ਹੈ ਇਸ ਵੇਲੇ, ਜਿਹਦੇ ਵੱਲ ਇਸ਼ਾਰਾ ਹੋਇਆ, ਜਿਹਦੇ ਕਰਕੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਸੱਦਣੀ ਪਈ, ਵਕਫ ਬੋਰਡ ਪੰਜਾਬ ਨੇ ਨਿਯੁਕਤੀ ਪੱਤਰ ਦਿੱਤਾ ਕਿ ਪੰਜਾਬ ਦੇ ਵਿੱਚ ਨਵੇਂ ਜਿਹੜੇ ਮੁਲਾਜ਼ਮ ਰੱਖੇ ਜਾਣੇ ਆ। ਔਰ ਪੰਜਾਬ ਰਾਜ ਭਾਸ਼ਾ ਐਕਟ ਦੇ ਮੁਤਾਬਕ ਉਹਦੇ 'ਚ ਇਹ ਆ ਕਿ ਪੰਜਾਬ 'ਚ ਕੋਈ ਵੀ ਨਿਯੁਕਤੀ ਨਹੀਂ ਹੋ ਸਕਦੀ ਜੇ ਬਿਨੇਕਾਰ ਪੱਤਰ ਦੇਣ ਵਾਲਾ, ਅਰਜ਼ੀ ਦੇਣ ਵਾਲਾ ਬੰਦਾ 10ਵੀਂ ਤੱਕ ਉਹਨੇ ਪੰਜਾਬੀ ਪਾਸ ਨਹੀਂ ਕੀਤੀ। ਇਹਨਾਂ ਨੇ ਚੋਰ ਮੋਰੀ ਰਾਹੀਂ ਉਸ ਨੂੰ ਬਦਲਿਆ ਆ। ਹੁਣ ਇਹ ਕਰ ਕੀ ਰਹੇ ਨੇ ਕਿ ਜਿਹੜੇ ਮੁਲਾਜ਼ਮ ਭਰਤੀ ਹੋਣਾ ਚਾਹੁੰਦੇ ਆ, ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਤਾਂ ਉਹਨਾਂ ਦੀ ਨਿਯੁਕਤੀ ਤੋਂ 1 ਸਾਲ ਤੱਕ ਦਾ ਸਮਾਂ ਦੇ ਦਿਆਂਗੇ, ਉਹਦੇ 'ਚੋਂ ਪੰਜਾਬੀ ਸਿੱਖ ਲੈਣ। ਇਹਦੇ ਨਾਲ ਹੋਏਗਾ ਕੀ? ਇਹਦੇ ਨਾਲ ਹੋਏਗਾ ਇਹ ਕਿ ਪੰਜਾਬੀ ਨੌਜਵਾਨਾਂ ਦੀ ਰੁਜ਼ਗਾਰ ਦੇ ਮੌਕੇ ਬੰਦ ਹੋਣਗੇ। ਅਸੀਂ ਇਹ ਨਹੀਂ ਕਹਿੰਦੇ ਕਿ ਹਿੰਦੁਸਤਾਨ ਦੇ ਬਾਕੀ ਖਿੱਤਿਆਂ ਦੇ ਲੋਕ ਪੰਜਾਬ 'ਚ ਆ ਕੇ ਨੌਕਰੀ ਨਾ ਕਰਨ, ਉਹ ਨੌਕਰੀ ਕਰਨ, ਪਰ ਨਾਲ ਦੀ ਨਾਲ ਉਹ ਪੰਜਾਬੀ ਭਾਸ਼ਾ ਨੂੰ ਸਿੱਖਣ, ਕਿਉਂਕਿ ਨੌਕਰੀ ਪੰਜਾਬ ਦੇ ਲੋਕਾਂ ਦੀ ਕਰਨੀ ਆ, ਉਹਨਾਂ ਨੇ ਸਰਵਿਸ ਪੰਜਾਬ ਦੇ ਲੋਕਾਂ ਨੂੰ ਦੇਣੀ ਆ। ਜੇ ਤੁਸੀਂ ਲੋਕਾਂ ਦੀ ਭਾਸ਼ਾ ਨਹੀਂ ਜਾਣਦੇ ਤਾਂ ਤੁਸੀਂ ਲੋਕਾਂ ਨੂੰ ਸਰਵਿਸ ਕਿਸ ਤਰ੍ਹਾਂ ਦੀ ਦਿਓਗੇ? ਇੱਕ ਗੱਲ। ਦੂਸਰੀ ਗੱਲ ਇਹਦੇ ਨਾਲ ਹੀ ਮੈਂ ਜੋੜ ਦਿਆਂ ਕਿ ਇਹਨਾਂ ਨੇ ਇੱਕ ਨਵਾਂ ਬਿਲਕੁਲ ਤੁਗਲਕੀ ਫੈਸਲਾ ਕੀਤਾ ਸਿੱਖਿਆ ਵਿਭਾਗ ਨੇ। ਮੈਂ ਸਮਝਦਾ ਕਿ ਸਿੱਖਿਆ ਵਿਭਾਗ ਕਿਸੇ ਸੂਬੇ ਦਾ ਸਭ ਤੋਂ ਵੱਧ ਪੜ੍ਹੇ ਲਿਖੇ ਬੰਦਿਆਂ ਦਾ ਵਿਭਾਗ ਹੁੰਦਾ ਆ, ਤੇ ਸਾਡੇ ਸਿੱਖਿਆ ਵਿਭਾਗ ਦਾ ਜਿਹੜਾ ਤੁਗਲਕੀ ਫੈਸਲਾ ਆ ਉਹ ਇਹ ਆ ਕਿ ਹੁਣ ਪਹਿਲੀ ਜਮਾਤ ਤੋਂ, ਪ੍ਰਾਇਮਰੀ ਜਮਾਤ ਤੋਂ ਹੀ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਵੇ। ਔਰ ਖਾਸ ਤੌਰ ਤੇ ਮੈਥ ਜਿਹੜਾ ਸਬਜੈਕਟ ਆ
ਸਕੂਲਾਂ 'ਚ ਨੋਟੀਫਿਕੇਸ਼ਨ ਕੀਤਾ, ਚਿੱਠੀਆਂ ਭੇਜੀਆਂ ਕਿ ਮੈਥ ਤੇ ਸਾਇੰਸ ਤਾਂ ਹੁੰਦੀ ਨਹੀਂ ਪਹਿਲੀ ਜਮਾਤ, ਮੈਥ ਦਾ ਵਿਸ਼ਾ ਜਿਹੜਾ ਪਹਿਲੀ ਜਮਾਤ 'ਚ ਉਹ ਬੱਚਿਆਂ ਨੂੰ ਅੰਗਰੇਜ਼ੀ 'ਚ ਪੜ੍ਹਾਇਆ ਜਾਵੇ। ਜਦੋਂ ਕਿ ਦੁਨੀਆ ਭਰ ਦੇ ਭਾਸ਼ਾ ਵਿਗਿਆਨੀ, ਦੁਨੀਆ ਭਰ ਦੇ ਭਾਸ਼ਾ ਮਾਹਰ, ਦੁਨੀਆ ਭਰ ਦੇ ਸਮਾਜ ਸ਼ਾਸਤਰੀ ਇਹ ਕਹਿ ਰਹੇ ਨੇ ਕਿ ਬੱਚੇ ਦੀ ਪ੍ਰਾਇਮਰੀ ਸਿੱਖਿਆ ਦਾ ਮਾਧਿਅਮ ਉਹਦੀ ਮਾਂ ਬੋਲੀ ਹੀ ਹੁੰਦੀ ਆ, ਕਿਉਂਕਿ ਮਾਂ ਬੋਲੀ ਵਿੱਚ ਹੀ ਸਿੱਖਣ ਦੀ ਸਭ ਤੋਂ ਵੱਧ ਸਮਰੱਥਾ ਹੁੰਦੀ ਆ। ਤੇ ਇੱਕ ਪਾਸੇ ਭਾਰਤੀ ਸੰਵਿਧਾਨ ਆ, ਭਾਰਤੀ ਸੰਵਿਧਾਨ ਵੀ ਇਹ ਕਹਿ ਰਿਹਾ, ਪੰਜਾਬ ਦਾ ਰਾਜ ਭਾਸ਼ਾ ਐਕਟ ਦੇ ਮੁਤਾਬਕ ਇਹ ਆ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਆਪਣੇ ਮਤੇ ਪਾਸ ਕੀਤੇ ਹੋਏ ਆ ਕਿ ਪੰਜਾਬ 'ਚ ਕੋਈ ਬੰਦਾ ਗ੍ਰੈਜੂਏਸ਼ਨ ਨਹੀਂ ਕਰ ਸਕਦਾ ਪੰਜਾਬ ਦੀਆਂ ਯੂਨੀਵਰਸਿਟੀਆਂ 'ਚੋਂ ਜੇ ਉਹ ਪੰਜਾਬੀ ਨਹੀਂ ਪੜ੍ਹਦਾ। ਅੱਜ ਕੱਲ੍ਹ ਮੈਟ੍ਰਿਕ ਤੱਕ ਨਹੀਂ, ਪੰਜਾਬ ਦੇ ਵਿੱਚ ਅੱਜ ਗ੍ਰੈਜੂਏਸ਼ਨ ਕਰਨ ਦੇ ਲਈ BA ਤੱਕ ਪੰਜਾਬੀ ਪੜ੍ਹੀ ਹੋਣੀ ਜ਼ਰੂਰੀ ਆ। ਇਹ ਕਰ ਕੀ ਰਹੇ ਨੇ ਕਿ ਇਹ ਪੜਾਅਵਾਰ ਸਕੂਲਾਂ 'ਚ ਅੰਗਰੇਜ਼ੀ ਮਾਧਿਅਮ ਲਿਆਉਣਾ ਚਾਹੁੰਦੇ ਆ। ਇਹਨਾਂ ਦੀ ਖੁਸ਼ਫਹਿਮੀ ਕੀ ਆ ਅਸਲ 'ਚ, ਕਿਉਂਕਿ ਆਪ ਤਾਂ ਇਹਨਾਂ 'ਚੋਂ ਬਹੁਤੇ ਅਨਪੜ੍ਹ ਨੇ ਜਾਂ ਅਧਪੜ੍ਹ ਨੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਦੁਨੀਆ ਦੀ ਕੇਵਲ 8% ਆਬਾਦੀ ਆ ਜਿਹੜੀ ਅੰਗਰੇਜ਼ੀ ਨਾਲ ਆਪਣਾ ਕੰਮ ਚਲਾਉਂਦੀ ਆ। ਦੁਨੀਆ ਦੇ 92% ਲੋਕ ਉਹ ਨੇ ਕਿ ਜਿਹੜੇ ਅੰਗਰੇਜ਼ੀ ਤੋਂ ਬਿਨਾਂ ਆਪਣਾ ਕੰਮ ਚਲਾਉਂਦੇ ਨੇ। ਔਰ ਦੁਨੀਆ ਦੇ ਉਹ ਮੁਲਕ ਜਿੱਥੇ ਸਾਇੰਸ ਤੇ ਟੈਕਨੋਲੋਜੀ ਨੇ ਸਭ ਤੋਂ ਵੱਧ ਤਰੱਕੀ ਕੀਤੀ ਆ, ਜਿੱਥੇ ਸਾਇੰਸ ਤੇ ਟੈਕਨੋਲੋਜੀ ਜਾਂ ਮੈਡੀਕਲ ਸਾਇੰਸ ਬਿਹਤਰੀਨ ਆ, ਜਿੱਥੇ ਉਹਨਾਂ ਮੁਲਕਾਂ ਵਿੱਚ ਉਹਨਾਂ ਦੇ ਬੱਚੇ ਅੰਗਰੇਜ਼ੀ ਰਾਹੀਂ ਨਹੀਂ ਪੜ੍ਹੇ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਕਿ ਤੁਸੀਂ ਤਰਦੀ ਦੀ ਨਜ਼ਰ ਮਾਰੋ, ਅੱਜ ਵਿਸ਼ਵ ਵਪਾਰ ਦੇ ਵਿੱਚ ਚੀਨ ਬਹੁਤ ਅੱਗੇ ਲੰਘ ਗਿਆ ਆ। ਚੀਨ ਦੇ ਵਿੱਚ ਅੰਗਰੇਜ਼ੀ ਨਹੀਂ ਪੜ੍ਹਾਈ ਜਾਂਦੀ, ਚਾਈਨੀ ਲੋਕ ਅੰਗਰੇਜ਼ੀ 'ਚ ਪੜ੍ਹਦੇ ਆ। ਸਾਡੇ ਹਿੰਦੁਸਤਾਨ ਦੇ ਕੁਝ ਸੂਬੇ ਐਸੇ ਨੇ ਕਿ ਇਹ ਤਾਂ ਪੰਜਾਬੀ ਜਿਹੜੇ ਨੇ ਅਵੇਸ ਵਾਲੇ ਨੇ, ਜਾਂ ਪੰਜਾਬੀ ਅਵੇਅਰ ਨਹੀਂ, ਜਾਂ ਪੰਜਾਬੀ ਸਾਡੀਆਂ ਮੌਕੇ ਦੀਆਂ ਸਰਕਾਰਾਂ ਦੇ ਭੁਲਾਵੇ 'ਚ ਆ ਜਾਂਦੇ ਆ। ਤੁਸੀਂ ਇਹੀ ਗੱਲ ਤਮਿਲਨਾਡੂ 'ਚ ਲਾਗੂ ਕਰਾ ਕੇ ਦਿਖਾਓ, ਤੁਸੀਂ ਇਹ ਗੱਲ ਬੰਗਾਲ 'ਚ ਲਾਗੂ ਕਰਾ ਕੇ ਦਿਖਾਓ, ਤੁਸੀਂ ਇਹ ਗੱਲ ਕਰਨਾਟਕ ਵਿੱਚ ਲਾਗੂ ਕਰਾ ਕੇ ਦਿਓ। ਸਾਊਥ ਦੇ ਲੋਕਾਂ ਨੇ ਆਪਣੀਆਂ ਭਾਸ਼ਾਵਾਂ ਤੋਂ ਬਿਨਾਂ ਰਾਸ਼ਟਰ ਭਾਸ਼ਾ ਹਿੰਦੀ ਨੂੰ ਵੀ ਸਵੀਕਾਰ ਨਹੀਂ ਕੀਤਾ ਉਹਨਾਂ ਨੇ ਕਿ ਅਸੀਂ ਆਪਣੀਆਂ ਭਾਸ਼ਾਵਾਂ ਨੂੰ ਕਿਉਂ ਛੱਡੀਏ। ਸੋ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਇੱਕ ਤਾਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ, ਦੂਜਾ ਮੈਂ ਸਰਕਾਰ ਨੂੰ ਕਰਨੀ ਚਾਹੁੰਦਾ। ਪੰਜਾਬੀਆਂ ਨੂੰ ਬਾਅਦ ਵਿੱਚ, ਸਰਕਾਰ ਨੂੰ ਪਹਿਲਾਂ। ਸਰਕਾਰ ਨੂੰ ਇਸ ਕਰਕੇ ਕਿ ਸਰਕਾਰ ਸਾਡੀਆਂ ਵੋਟਾਂ ਲੈ ਕੇ ਚੁਣੀ ਗਈ ਆ। ਸਰਕਾਰ ਦੇ ਸਰ ਪੰਜਾਬ ਦੇ ਇੱਕ ਇੱਕ ਜੀ ਦਾ ਕਰਜ਼ ਆ, ਔਰ ਇਹ ਬੰਦੇ ਸਾਡੀਆਂ ਵੋਟਾਂ ਲੈ ਕੇ ਚੁਣੇ ਜਾ ਰਹੇ ਆ ਤੇ ਮੁੜ ਕੇ ਬੋਲੀ ਹੋਰ ਬੋਲਣ ਲੱਗ ਜਾਂਦੇ ਆ। ਪੰਜਾਬੀ ਦਾ ਕੀ ਸੀ, ਮੁੰਡਾ ਲੰਬੜਾ ਨਹੀਂ, ਉਹ ਲੰਬੜਾ ਦਾ ਮੁੰਡਾ ਬੋਲੀ ਹੋਰ ਬੋਲਦਾ। ਇਹ ਹੋਰ ਬੋਲੀ ਬੋਲਣ ਵਾਲੇ ਨੇ। ਜਦੋਂ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਹੋ ਰਹੀ ਸੀ, ਕੈਪਟਨ ਅਮਰਿੰਦਰ ਸਿੰਘ ਪਿੰਡਾਂ ਦੇ ਵਿੱਚ ਜਾ ਕੇ ਪੰਜਾਬੀ 'ਚ ਵੋਟਾਂ ਮੰਗ ਰਹੇ ਸੀ, ਉਦੋਂ ਇੱਕ ਸੈਮੀਨਾਰ ਕੀਤਾ ਨਾਮਧਾਰੀ ਦਰਬਾਰ ਨੇ। ਉਸ ਨਾਮਧਾਰੀ ਦਰਬਾਰ ਵਿੱਚ ਹੰਸਪਾਲ ਜੀ ਬੈਠੇ ਸੀ। ਮੈਂ ਹੰਸਪਾਲ ਦੀ ਮੌਜੂਦਗੀ 'ਚ ਇੱਕ ਸੁਨੇਹਾ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਹੰਸਪਾਲ ਜੀ ਹੁਣ ਕਹੋ ਅਮਰਿੰਦਰ ਸਿੰਘ ਨੂੰ ਕਿ ਪਿੰਡਾਂ 'ਚ ਜਾ ਕੇ ਵੋਟ ਅੰਗਰੇਜ਼ੀ ਵਿੱਚ ਮੰਗਣ। ਉਦੋਂ ਕਿਉਂ ਨਹੀਂ ਅੰਗਰੇਜ਼ੀ ਵਿੱਚ ਵੋਟ ਮੰਗਦੇ? ਸਵਾਲ ਇਹ ਆ ਕਿ ਜਿਹੜਾ ਇਹਨਾਂ ਦੇ ਮਨਾਂ 'ਚ ਵਹਿਮ ਇਹ ਆ ਕਿ ਅੰਗਰੇਜ਼ੀ ਗਿਆਨ ਦੀ ਭਾਸ਼ਾ ਆ, ਅੰਗਰੇਜ਼ੀ ਸੱਤਾ ਦੀ ਭਾਸ਼ਾ ਆ। ਇਹ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਨੂੰ ਜੋ ਲੱਗਦਾ ਆ ਕਿ ਅੰਗਰੇਜ਼ੀ ਸੱਤਾ ਦੀ ਭਾਸ਼ਾ ਆ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੰਗਰੇਜ਼ੀ ਸੱਤਾ ਹਾਸਲ ਕਰਨ ਦੀ ਭਾਸ਼ਾ ਵੀ ਆ ਤੇ ਅੰਗਰੇਜ਼ੀ ਲੋਕਾਂ ਨੂੰ ਸੱਤਾ ਤੋਂ ਦੂਰ ਰੱਖਣ ਦੀ ਭਾਸ਼ਾ ਵੀ ਆ। ਕਿਵੇਂ ਦੂਰ ਰੱਖਣ ਦੀ ਭਾਸ਼ਾ ਆ? ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦਾ ਸੰਵਿਧਾਨ, ਜਿਹੜੀਆਂ ਸਾਡੀਆਂ ਅਲਾਈਡ ਸਰਵਿਸਿਜ਼ ਨੇ, IAS IPS IRS, ਸਾਡੀਆਂ ਜਿਹੜੀਆਂ ਸਭ ਤੋਂ ਟੌਪ ਦੀਆਂ ਜੌਬ ਨੇ, ਜਿਹੜੀਆਂ ਅਲਾਈਡ ਸਰਵਿਸਿਜ਼ ਨੇ, ਹਿੰਦੁਸਤਾਨ ਦਾ ਸੰਵਿਧਾਨ ਸਾਨੂੰ ਇਹ ਹੱਕ ਦਿੰਦਾ ਆ ਕਿ ਅਸੀਂ ਉਹ ਉੱਚ ਯੋਗਤਾ ਵਾਲੀਆਂ ਨੌਕਰੀਆਂ ਆਪਣੀ ਆਪਣੀ ਖਿੱਤੇ ਦੀ ਜ਼ੁਬਾਨ ਦੇ ਵਿੱਚ ਉਹਨਾਂ ਦੇ ਇਮਤਿਹਾਨ ਦੇਈਏ ਔਰ ਲੋਕ ਉਹਦੇ 'ਚ ਪਾਸ ਹੁੰਦੇ ਆ। ਜਿਹੜੇ ਬੱਚੇ ਆਪਣੇ ਆਪਣੇ ਖਿੱਤੇ ਦੀ ਆਪਣੀ ਮਾਂ ਬੋਲੀ ਵਿੱਚ ਅਲਾਈਡ ਸਰਵਿਸਿਜ਼ ਦੇ ਇਮਤਿਹਾਨ ਦਿੰਦੇ ਨੇ, ਉਹਨਾਂ ਦੀ ਪਾਸ ਹੋਣ ਵਾਲਿਆਂ ਦੀ ਗਿਣਤੀ 45% ਆ। ਪਰ ਕਿਉਂਕਿ ਉਹਨਾਂ ਦੀ ਇੰਟਰਵਿਊ ਜਿਹੜੀ ਆਖਰੀ ਇੰਟਰਵਿਊ ਹੁੰਦੀ ਉਹ ਅੰਗਰੇਜ਼ੀ 'ਚ ਹੁੰਦੀ ਆ ਤੇ ਉਹ 45% ਲੋਕ ਅੱਗੇ ਜਾ ਕੇ ਜਦੋਂ ਅੰਗਰੇਜ਼ੀ 'ਚ ਮਾਰ ਖਾ ਜਾਂਦੇ ਆ ਇੰਟਰਵਿਊ 'ਚ ਤੇ 15% ਰਹਿ ਜਾਂਦੇ ਆ। ਇਹਦਾ ਮਤਲਬ ਕੀ ਹੋਇਆ ਕਿ ਸਾਡੇ ਉਹ ਬੱਚੇ ਜਿਹੜੇ ਬਹੁਤ ਯੋਗ ਸੀ, ਜਿਹੜੇ ਅੰਗਰੇਜ਼ੀ ਵਾਲਿਆਂ ਨੂੰ ਕੰਪਲੀਟ ਕਰਕੇ ਬਰਾਬਰ ਦਾ ਇਮਤਿਹਾਨ ਤਾਂ ਪਾਸ ਕਰ ਲੈਂਦੇ ਆ, ਪਰ ਅੱਗੇ ਜਾ ਕੇ ਉਹਨਾਂ ਨੂੰ ਛਾਣਾ ਲਾ ਦਿੱਤਾ ਜਾਂਦਾ। 30% ਬੱਚਿਆਂ ਨੂੰ ਸੱਤਾ ਤੋਂ ਦੂਰ ਕਰ ਦਿੱਤਾ ਜਾਂਦਾ, ਉਹਨਾਂ ਉੱਚੀਆਂ ਨੌਕਰੀਆਂ ਦੇ ਅਧਿਕਾਰਾਂ ਤੋਂ ਦੂਰ ਕਰ ਦਿੱਤਾ ਜਾਂਦਾ। ਸੋ ਇੱਕ ਤਾਂ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਅੰਗਰੇਜ਼ੀ ਅੱਜ ਸੱਤਾ ਹਾਸਲ ਕਰਨ ਦੀ ਭਾਸ਼ਾ ਵੀ ਆ ਤੇ ਅੰਗਰੇਜ਼ੀ ਆਮ ਲੋਕਾਂ ਨੂੰ ਸੱਤਾ ਤੋਂ ਦੂਰ ਕਰਨ ਦੀ ਭਾਸ਼ਾ ਵੀ ਆ। ਦੂਸਰੀ ਗੱਲ ਸਰ ਸਵਾਲ ਉੱਠ ਰਿਹਾ ਸੀ ਆਈਲੈਟਸ ਦਾ। ਆਈਲੈਟਸ ਕੋਈ ਸਿੱਖਿਆ ਦੇ ਕੇਂਦਰ ਨਹੀਂ, ਇਹ ਤੁਹਾਡਾ ਵਹਿਮ ਦੂਰ ਹੋ ਜਾਣਾ ਚਾਹੀਦਾ ਆ। ਇਹ ਆਈਲੈਟਸ ਵਪਾਰ ਦੇ ਕੇਂਦਰ ਨੇ। ਇਹਨਾਂ ਨੇ ਗਿਆਨ ਨੂੰ ਤੇ ਸਿੱਖਿਆ ਨੂੰ ਇੱਕ ਬਿਜ਼ਨਸ ਬਣਾ ਦਿੱਤਾ ਆ। ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ 10 ਸਾਲਾਂ 'ਚ ਪੰਜਾਬ ਦੀ ਧਰਤੀ ਤੇ ਥਾਂ B.Ed ਕਾਲਜ ਤੇ ਥਾਂ ਤੇ ਇੰਜੀਨੀਅਰਿੰਗ ਕਾਲਜ ਖੁੱਲ੍ਹਦੇ ਸੀ। ਅੱਜ ਉਹਨਾਂ ਦਾ ਹਸ਼ਰ ਕੀ ਹੋ ਰਿਹਾ? ਅੱਜ ਇੰਜੀਨੀਅਰਿੰਗ ਕਾਲਜਾਂ ਦਾ ਹਸ਼ਰ ਇਹ ਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੰਜੀਨੀਅਰਿੰਗ ਕਾਲਜ
ਜਿੱਥੇ ਸਭ ਤੋਂ ਵੱਧ ਕੁਆਲੀਫਾਈਡ ਸਟਾਫ ਆ, ਜਿੱਥੇ ਪੂਰੇ ਦਾ ਪੂਰਾ ਆਪਰੇਟਸ ਆ। ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ, ਪਿਛਲੇ ਸਾਲ ਦੀ ਮੈਂ ਗੱਲ ਕਰ ਰਿਹਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਇੰਜੀਨੀਅਰਿੰਗ ਕਾਲਜ ਸੀ ਉਹਦੇ ਵਿੱਚ 50% ਤੋਂ ਵੱਧ ਸੀਟਾਂ ਖਾਲੀ ਸੀ। ਇਹ ਇਲਜ਼ਾਮ ਦਿੰਦੇ ਨੇ, ਅਕਸਰ ਲੋਕ ਇਹ ਇਲਜ਼ਾਮ ਦਿੰਦੇ ਨੇ ਕਿ ਲੋਕ ਆਪਣੇ ਬੱਚੇ ਬਾਹਰ ਭੇਜ ਰਹੇ। ਲੋਕ ਕੀ ਕਰਨ? ਜੇ ਫਿਜ਼ਿਕਸ ਦੀ PhD ਕਰਕੇ, ਜੇ ਮੈਥ ਵਿੱਚ PhD ਕਰਕੇ ਬੰਦਿਆਂ ਨੂੰ 21,600 ਰੁਪਏ ਮਿਲਣਾ ਆ, ਤੇ 21,600 ਰੁਪਏ ਤਾਂ ਤੁਸੀਂ ਮੈਨੂੰ ਕਲੀ ਕਰਨ ਵਾਲਾ ਲਿਆ ਕੇ ਦਿਖਾਓ। ਜਿਹੜਾ ਬੰਦਾ ਟੈਕਨੀਕਲ ਹੈਂਡ ਆ, ਅੱਜ ਜਿਹੜਾ ਰੰਗ ਰੋਗਨ ਵੀ ਕਰਦਾ ਆ, ਉਹ ਵੀ 700 ਰੁਪਏ ਦਿਹਾੜੀ ਤੇ ਨਹੀਂ ਆਉਂਦਾ ਅੱਜ। ਤੇ 21,000 ਤੇ ਫਿਜ਼ਿਕਸ ਦੀ PhD ਕਰਕੇ, ਮੈਥ ਦੀ PhD ਕਰਕੇ, ਜਾਂ ਔਖੇ ਤੋਂ ਔਖੇ ਵਿਸ਼ਿਆਂ 'ਚ PhD ਕਰਕੇ ਜੇ ਬੱਚੇ ਦੀ 21,000 ਕਰੋੜਨਾ ਆ ਤਾਂ ਕਿਉਂ ਰੁਲੂਗਾ? ਅੱਜ ਲੋਕ ਐਵੇਂ ਜਿਹੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ। ਇਹਨਾਂ ਨੂੰ ਇਹ ਲੱਗਦਾ ਕਿ ਲੋਕ, ਪੰਜਾਬ ਦੇ ਲੋਕ ਬੜੇ ਐਡਵਾਂਸ ਹੋ ਗਏ। ਅਸਲ 'ਚ ਪੰਜਾਬ ਦੇ ਲੋਕ ਇਸ ਸਰਕਾਰ, ਇਹਨਾਂ ਸਰਕਾਰਾਂ ਤੋਂ, ਇਸ ਸਰਕਾਰ ਤੋਂ ਨਹੀਂ, ਇਹਨਾਂ ਸਰਕਾਰਾਂ ਤੋਂ, ਪੰਜਾਬ ਦੇ ਲੋਕਾਂ ਦਾ ਰਾਜਨੀਤਿਕ ਵਿਵਸਥਾ 'ਚੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਚੁੱਕਾ ਆ। ਅੱਜ ਪੰਜਾਬ ਦੇ ਦਿਲਾਂ 'ਚੋਂ ਵੀ ਬਾਹਰ ਹੋਣਗੇ। ਤੁਸੀਂ ਦੇਖਿਓ ਸਹੀ, ਇਹ ਜਿਹੜੇ ਹੁਣ ਚਾਵਲੇ ਫਿਰਦੇ ਨੇ, ਇਲੈਕਸ਼ਨ ਆ ਲੈਂਦੇ ਹੋ, ਇਹਨਾਂ ਨੂੰ ਕਿਸ ਭਾ ਪੈਂਦੀ ਆ। ਇੱਥੇ ਲੱਖਾਂ ਪੰਜਾਬੀਆਂ ਨੂੰ ਕੋਸ ਰਿਹਾ ਸੀ ਮੇਰਾ ਛੋਟਾ ਵੀਰ, ਪੰਜਾਬੀ ਇਹਦੇ ਕਬਲੇ ਨਹੀਂ ਤੇ ਪੰਜਾਬੀ ਇਹਦੇ ਅਸਮਰਥਾਵਾਨ ਨਹੀਂ। ਜਿਹੜੇ ਬੰਦੇ 25 ਸਾਲ ਰਾਜ ਕਰਨ ਦੇ ਦਾਅਵੇ ਕਰਦੇ ਸੀ, ਉਹ ਇੰਜ ਧੋਤੇ ਕਿ ਅੱਜ ਤੱਕ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਸਾਡੇ ਨਾਲ ਵਾਪਰਿਆ ਕੀ ਆ। ਵਾਪਰਦਾ ਇਹਨਾਂ ਨਾਲ ਵੀ ਇਹੀ ਕੁਛ ਆ। ਅੱਜ ਤੁਸੀਂ ਪੰਜਾਬ ਦੇ ਬੱਚਿਆਂ ਤੋਂ ਜਦੋਂ ਮਾਧਿਅਮ ਖੋ ਰਹੇ ਆ, ਜਦੋਂ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਉਣ ਦੀ ਗੱਲ ਕਰਦੇ ਆ ਨਾ, ਤੁਸੀਂ ਬੱਚਿਆਂ ਤੋਂ ਮਾਧਿਅਮ ਨਹੀਂ ਖੋ ਰਹੇ, ਤੁਸੀਂ ਪੰਜਾਬ ਦੇ ਬੱਚਿਆਂ ਦਾ ਭਵਿੱਖ ਖੋ ਰਹੇ ਆ। ਕਿਉਂਕਿ ਅੰਗਰੇਜ਼ੀ ਉਹਨਾਂ ਨੂੰ ਸਮਝ ਨਹੀਂ ਆਉਣੀ, ਉਹਨਾਂ ਦਾ ਦਿਮਾਗ ਹੀ ਨਹੀਂ ਵਿਕਸਿਤ ਹੋਣਾ। ਉਹਨਾਂ ਨੂੰ ਦੂਜੀ ਜਿਹੜੀ ਭਾਸ਼ਾ ਆ, ਦੂਜੀ ਭਾਸ਼ਾ ਵਿੱਚ ਸਿੱਖਣ ਦੀ, ਗ੍ਰਹਿਣ ਕਰਨ ਦੀ ਯੋਗਤਾ ਬਹੁਤ ਘੱਟ ਜਾਂਦੀ ਆ। ਸੋ ਸਾਡੇ ਕੋਲ ਮਾਧਿਆਨਾ ਰਿਪੋਰਟ ਆ, ਜਿਹੜੀ ਯੂਨੈਸਕੋ ਆ, ਯੂਨੈਸਕੋ ਨੇ ਦੁਨੀਆ ਭਰ ਦੇ 30 ਵੱਡੇ ਵਿਦਵਾਨਾਂ ਤੋਂ ਇੱਕ ਰਿਪੋਰਟ ਲਈ, ਜਿਨ੍ਹਾਂ ਨੇ 10 ਦੇਸ਼ਾਂ ਦੇ ਸਰਵੇ ਕੀਤੇ। 10 ਦੇਸ਼ਾਂ ਵਿੱਚੋਂ 9 ਦੇਸ਼ ਉਹ ਸੀ ਜਿੱਥੇ ਬੱਚਿਆਂ ਦੀ ਮੁੱਢਲੀ ਸਿੱਖਿਆ ਉਹਨਾਂ ਦੀ ਮਾਤ ਬੋਲੀ 'ਚ ਦਿੱਤੀ ਜਾਂਦੀ ਸੀ। ਇੱਕ ਦੇਸ਼ ਉਹ ਸੀ ਕਿ ਜਿੱਥੇ ਮੁੱਢਲੀ ਸਿੱਖਿਆ ਅੰਗਰੇਜ਼ੀ ਵਿੱਚ ਦਿੱਤੀ ਜਾਂਦੀ ਸੀ। ਤਾਂ ਉਹ ਇੱਕੋ ਇੱਕ ਦੇਸ਼ ਐਸਾ ਸੀ ਕਿ ਜਿੱਥੇ ਬੱਚਿਆਂ ਦੀ ਸਿੱਖਣ ਦੀ ਯੋਗਤਾ ਸਭ ਤੋਂ ਘੱਟ ਸੀ। ਸਭ ਤੋਂ ਘੱਟ ਜਿਹੜੀ ਸੀਗੀ IQ ਵਾਲੇ ਬੱਚੇ ਉਸ ਦੇਸ਼ ਦੇ ਸੀ ਜਿੱਥੇ ਬੱਚਿਆਂ ਨੂੰ ਸਿੱਖਿਆ ਮਾਤ ਬੋਲੀ 'ਚ ਨਹੀਂ ਸੀ ਦਿੱਤੀ ਜਾਂਦੀ। ਅੱਜ ਤੁਸੀਂ ਦੇਖੋ ਕਿ ਚਾਹੇ ਰਸ਼ੀਆ ਦੇਖ ਲਓ, ਚਾਹੇ ਜਰਮਨ ਆ, ਚਾਹੇ ਜਾਪਾਨ ਆ, ਜਿਨ੍ਹਾਂ ਨੇ ਟੈਕਨੋਲੋਜੀ 'ਚ ਬਹੁਤ ਉੱਨਤੀ ਕੀਤੀ ਆ, ਉੱਥੇ ਅੰਗਰੇਜ਼ੀ ਦਾ ਨਾਂ ਤੱਕ ਨਹੀਂ ਹੈ। ਸੋ ਇਹ ਕਹਿਣਾ ਕਿ ਅੰਗਰੇਜ਼ੀ ਗਿਆਨ ਦੀ ਭਾਸ਼ਾ ਆ, ਅੰਗਰੇਜ਼ੀ ਰੁਜ਼ਗਾਰ ਦੀ ਭਾਸ਼ਾ ਆ, ਬਿਲਕੁਲ ਅੰਗਰੇਜ਼ੀ ਗਿਆਨ ਤੇ ਰੁਜ਼ਗਾਰ ਦੀ ਭਾਸ਼ਾ ਨਹੀਂ। ਅੰਗਰੇਜ਼ੀ ਆਮ ਲੋਕਾਂ ਨੂੰ ਸੱਤਾ ਤੋਂ ਦੂਰ ਰੱਖਣ ਦੀ ਭਾਸ਼ਾ ਆ, ਆਮ ਲੋਕਾਂ ਨਾਲ ਛਲਾਵਾ ਕਰਨ ਦੀ ਭਾਸ਼ਾ ਆ। ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ। ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨੂੰ ਵੀ, ਪੰਜਾਬ ਦੇ ਲੇਖਕਾਂ ਨੂੰ, ਪੰਜਾਬ ਦੇ ਬੁੱਧੀਜੀਵੀਆਂ ਨੂੰ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਮਾਂ ਬੋਲੀ ਦਾ ਮਹੱਤਵ ਕੇਵਲ ਗਿਆਨ ਕਰਕੇ ਨਹੀਂ ਹੁੰਦਾ। ਭਾਸ਼ਾ ਕੇਵਲ ਪ੍ਰਗਟਾਵੇ ਦਾ ਸਾਧਨ ਨਹੀਂ ਹੁੰਦੀ। ਭਾਸ਼ਾ ਤੁਹਾਡੀ ਸੱਭਿਆਚਾਰਕ ਪਛਾਣ ਨਾਲ ਵੀ ਜੁੜੀ ਹੁੰਦੀ ਆ। ਹਿੰਦੁਸਤਾਨ ਇੱਕ ਐਸਾ ਦੇਸ਼ ਆ ਕਿ ਜਿਹਦਾ ਖੇਤਰਫਲ ਬਹੁਤ ਆ ਤੇ ਜਿਹਦੇ 'ਚ ਵੱਖਰੇ ਵੱਖਰੇ ਤਰ੍ਹਾਂ ਦੇ ਲੋਕ ਰਹਿ ਰਹੇ ਨੇ। ਇਸ ਦੇਸ਼ ਨੂੰ ਤੁਸੀਂ ਅੰਗਰੇਜ਼ੀ ਤੇ ਹਿੰਦੀ ਨਾਲ ਇਕੱਠੇ ਨਹੀਂ ਰੱਖ ਸਕਦੇ। ਜਦੋਂ ਹਿੰਦੁਸਤਾਨ ਦਾ ਆਇਨ ਬਣਿਆ ਸੀ, ਜਦੋਂ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਸੀ, ਤਾਂ ਸੰਵਿਧਾਨ ਬਣਾਉਣ ਵਾਲੇ ਕੋਈ ਕਬਲੇ ਨਹੀਂ ਸੀ, ਉਹ ਬੜੇ ਵਿਜ਼ਨਰੀ ਲੋਕ ਸੀ। ਉਹਨਾਂ ਨੂੰ ਲੱਗਿਆ ਸੀਗਾ ਕਿ ਹਰ ਖਿੱਤੇ ਦੇ ਵਿੱਚ ਗਿਆਨ ਜਿਹੜਾ ਲੋਕਾਂ ਦੀ ਮਾਦਰੀ ਜ਼ੁਬਾਨ ਵਿੱਚ ਦਿੱਤਾ ਜਾਵੇ। ਇਹਨਾਂ ਨਾਲੋਂ ਤਾਂ ਅੰਗਰੇਜ਼ ਸਿਆਣੇ ਸੀ। ਅੰਗਰੇਜ਼ ਜਦੋਂ ਹਿੰਦੁਸਤਾਨ ਚਾਹੁੰਦੇ ਆ ਤਾਂ ਜਿਹੜੀਆਂ ਸਾਡੀਆਂ ਮੁੱਢਲੀਆਂ ਯੂਨੀਵਰਸਿਟੀਆਂ ਬਣਦੀਆਂ, ਕਲਕੱਤਾ 'ਚ ਬਣਦੀ ਆ, ਚੇਨਈ 'ਚ ਬਣਦੀ ਆ, ਮੁੰਬਈ 'ਚ ਬਣਦੀ ਆ, ਬੰਬਈ 'ਚ ਬਣਦੀ ਆ, ਤਾਂ ਉਦੋਂ ਪੰਜਾਬ ਜਿਹੜਾ ਸੀਗਾ ਇਹ ਜੁੜਿਆ ਹੁੰਦਾ ਸੀ ਕਲਕੱਤਾ ਵਾਲੀ ਯੂਨੀਵਰਸਿਟੀ ਨਾਲ। ਅੰਗਰੇਜ਼ਾਂ ਦੀਆਂ ਚਿੱਠੀਆਂ ਪੜ੍ਹੋ, ਉਹਨਾਂ ਨੇ ਕਿਹਾ ਕਿ ਨਹੀਂ, ਕਿ ਪੰਜਾਬ ਬਹੁਤ ਫਰਟਾਈਲ ਖਿੱਤਾ ਆ, ਜੇ ਇਸ ਖਿੱਤੇ ਦੇ ਉਤਪਾਦਨ ਨੂੰ ਵਧਾਉਣਾ ਆ ਤਾਂ ਜਿਹੜਾ ਨਵਾਂ ਗਿਆਨ ਆ ਲੋਕਾਂ ਨੂੰ ਪੰਜਾਬੀ ਭਾਸ਼ਾ 'ਚ ਦੇਣਾ ਚਾਹੀਦਾ ਆ। ਲਾਹੌਰ 'ਚ ਓਰੀਐਂਟਲ ਕਾਲਜ ਬਣਦਾ ਆ। ਅੱਜ ਕਿਉਂ ਸਾਡੀਆਂ ਸਰਕਾਰਾਂ ਸਾਡੀ ਭਾਸ਼ਾ ਦੇ ਮਹੱਤਵ ਨੂੰ ਨਹੀਂ ਸਮਝ ਰਹੀਆਂ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਪੰਜਾਬੀ ਇੰਨੇ ਅਵੇਸਲੇ ਨਹੀਂ, ਪੰਜਾਬੀ ਇੰਨੇ ਕਮਲੇ ਵੀ ਨਹੀਂ। ਪੰਜਾਬੀ ਇਹਨਾਂ ਨੂੰ ਕੰਧ ਤੇ ਲਿਖਿਆ ਪੜ੍ਹਨ ਨੂੰ ਕਹਿ ਰਹੇ ਨੇ, ਇਹ ਕੰਧ ਤੇ ਲਿਖਿਆ ਪੜ੍ਹ ਨਹੀਂ ਰਹੇ ਅੱਜ ਦੇ। ਇਹ ਅੱਜ ਦੇ ਇਹਨਾਂ ਨੂੰ ਸਿੱਖਿਆ ਵੇਚਣ ਤੇ ਲੱਗੇ ਨੇ। ਸਿੱਖਿਆ ਤਾਂ ਬਹੁਤ ਕੀਮਤੀ ਚੀਜ਼ ਆ। ਸਿੱਖਿਆ ਤਾਂ ਛੱਡੋ, ਜਿਹੜੇ ਰੇਤਾ ਵੇਚਣ ਤੋਂ ਬਾਅਦ ਨਹੀਂ ਆਉਂਦੇ, ਜਿਹੜੇ ਮਾਵਾਂ ਦੇ ਪੁੱਤ ਮਰਵਾ ਰਹੇ ਨੇ, ਜਿਹੜੇ ਨਸ਼ਾ ਵੇਚਣ ਤੋਂ ਬਾਅਦ ਨਹੀਂ ਆਉਂਦੇ, ਉਹਨਾਂ ਤੋਂ ਤੁਸੀਂ ਕੀ ਆਸ ਕਰ ਸਕਦੇ ਹੋ? ਸੋ ਮੈਂ ਇਸ ਮੰਚ ਤੋਂ, ਇਸ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਬੜੀ ਹੰਬਲ ਰਿਕੁਐਸਟ ਕਰਨੀ ਚਾਹੁੰਦਾ ਤੇ ਨਾਲ ਹੀ ਚੇਤਾਵਨੀ ਦੇਣੀ ਚਾਹੁੰਦਾ ਕਿ ਕੰਧ ਤੇ ਲਿਖਿਆ ਪੜ੍ਹ ਲਓ। ਸਾਡੇ ਬੱਚਿਆਂ ਨਾਲ ਖਿਲਵਾੜ ਕਰਨ ਦੀ ਤੁਹਾਨੂੰ ਕੋਈ ਇਤਿਹਾਸ ਇਜਾਜ਼ਤ ਨਹੀਂ ਦੇਗਾ। ਇਤਿਹਾਸ ਤੋਂ ਇਹਦੇ ਜਵਾਬ ਮੰਗੇਗਾ।
ਜੇ ਤੁਸੀਂ ਬੱਚਿਆਂ ਨੂੰ ਸਿੱਖਿਆ ਨਹੀਂ ਦੇ, ਜੇ ਤੁਸੀਂ ਰੁਜ਼ਗਾਰ ਨਹੀਂ ਦੇ ਸਕਦੇ ਤਾਂ ਸਿੱਖਿਆ ਤੋਂ ਵਾਝੇ ਨਾ ਕਰੋ। ਅਸਲ 'ਚ ਇਹਨਾਂ ਦਾ ਮੁੱਖ ਮਕਸਦ ਇਹੀ ਆ ਕਿ ਆਮ ਬੰਦੇ ਨੂੰ, ਆਮ ਆਦਮੀ ਤੇ ਉਹਦੇ ਸੰਤਾਨ ਨੂੰ, ਉਹਦੇ ਬੱਚਿਆਂ ਨੂੰ ਸਿੱਖਿਆ ਤੋਂ ਵੀ ਵਾਂਝਾ ਕਰ ਦੇਣਾ ਹੈ ਤਾਂ ਕਿ ਮੁੜ ਕੇ ਉਹ ਰੁਜ਼ਗਾਰ ਨਾ ਮੰਗੇ। ਸੋ ਇਹ ਅਟੈਕ ਜਿਹੜਾ ਹੋ ਰਿਹਾ ਆ, ਇਹ ਕੇਵਲ ਪੰਜਾਬੀ ਭਾਸ਼ਾ ਦੇ ਉੱਤੇ ਨਹੀਂ ਹੋ ਰਿਹਾ, ਇਹ ਪੰਜਾਬੀਆਂ ਦੇ ਉੱਤੇ ਹੋ ਰਿਹਾ, ਇਹ ਪੰਜਾਬੀ ਨਸਲ ਦੇ ਉੱਤੇ ਹੋ ਰਿਹਾ, ਜਾਂ ਇਹ ਕਹਿੰਦੇ ਕਿ ਪੰਜਾਬੀ ਭਾਈਚਾਰੇ ਦੇ ਉੱਤੇ ਹੋ ਰਿਹਾ। ਮੈਂ ਇਸ ਗੱਲ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਫੋਲੋ ਕਰਨਾ, ਤੁਹਾਡੀ ਅਨੁਸਰਨ ਕਰਨਾ, ਤੁਹਾਡੇ ਮਗਰ ਅਸੀਂ ਕੀ 19 ਕੁ ਅਨੁਵਾਦ ਕਰ ਚੁੱਕੇ ਹਾਂ ਸ਼ਬਦਾਂ ਦਾ, ਅਸੀਂ ਵੋਕੈਬਲਰੀ ਇੰਨੀ ਕੁ ਬਣਾ ਚੁੱਕੇ ਹਾਂ ਪੰਜਾਬੀ ਦੀ ਕਿ ਪਟਿਆਲਾ ਦੀ ਸਥਾਪਨਾ ਹੀ ਇਸ ਕੰਮ ਲਈ ਹੋਈ ਸੀ ਕਿ ਜਿੰਨਾ ਗਿਆਨ ਆ ਉਹਨੂੰ ਪੰਜਾਬੀ ਵਿੱਚ ਟ੍ਰਾਂਸਫਰ ਕਰਨਾ ਹੈ। ਪੰਜਾਬੀ ਪਟਿਆਲਾ ਦੀ ਸਥਾਪਨਾ ਇਸ ਕਰਕੇ ਨਹੀਂ ਸੀ ਹੋਈ ਕਿ ਇਸ ਖੇਤਰ 'ਚ ਨਵੀਂ ਖੋਲ੍ਹ ਦਿਓ। ਸਾਡੇ ਕੋਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੀ, ਸਾਡੇ ਕੋਲੇ PAU ਵੀ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤੁਸੀਂ ਦੇਖੋ ਉਹਨਾਂ ਦਾ ਜਾ ਕੇ ਚਾਰਟਰ ਜਾ ਕੇ ਦੇਖੋ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਹੀ ਇਸ ਗੱਲ ਲਈ ਹੋਈ ਸੀ ਕਿ ਦੁਨੀਆ ਭਰ ਦਾ ਗਿਆਨ ਜਿਹੜਾ ਮੁਖਤਲਿਫ ਜ਼ੁਬਾਨਾਂ ਵਿੱਚ ਆ, ਕੱਲੀ ਅੰਗਰੇਜ਼ੀ ਵਿੱਚ ਨਹੀਂ ਦੂਜੀਆਂ ਜ਼ੁਬਾਨਾਂ ਵਿੱਚ ਵੀ ਆ, ਉਸ ਗਿਆਨ ਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕਰਨਾ ਆ ਤਾਂ ਜੋ ਅਸੀਂ ਸਾਇੰਸ ਤੇ ਟੈਕਨੋਲੋਜੀ ਬੱਚਿਆਂ ਨੂੰ ਆਪਣੀ ਮਾਦਰੀ ਜ਼ੁਬਾਨ ਵਿੱਚ ਪੜ੍ਹਾ ਸਕੀਏ। ਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣਾ ਕੰਮ ਨਹੀਂ ਕੀਤਾ ਤਾਂ ਇਹਦੇ ਲਈ ਸਾਡੀਆਂ ਉਹ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨੇ ਜਿਹੜੀਆਂ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਸੀ, ਜਿਨ੍ਹਾਂ ਦੀ ਇੱਕ ਜ਼ਿੰਮੇਵਾਰੀ ਬਣਦੀ। ਨੰਬਰ 1। ਨੰਬਰ 2, ਦੂਜੀ ਗੱਲ, ਪੰਜਾਬੀ ਦੇ ਵਿੱਚ ਅੱਜ ਦੇ ਦਿਨ ਪੰਜਾਬੀ ਭਾਸ਼ਾ ਇੰਨੀ ਕੁ ਵਿਕਸਿਤ ਹੋ ਚੁੱਕੀ ਆ ਕਿ ਡਾਕਟਰ ਜੋਗਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਡੇ ਭਾਸ਼ਾ ਵਿਗਿਆਨੀ ਨੇ, ਡਾਕਟਰ ਜੋਗਾ ਸਿੰਘ ਇਹ ਕਹਿੰਦੇ ਨੇ ਕਿ ਤੁਸੀਂ ਮੈਨੂੰ ਦੁਨੀਆ ਦਾ ਕੋਈ ਸੰਕਲਪ ਦੇ ਦਿਓ, ਮੈਂ ਤੁਹਾਨੂੰ 2 ਘੰਟਿਆਂ 'ਚ ਉਹਦੀ ਪੰਜਾਬੀ ਟ੍ਰਾਂਸਲੇਸ਼ਨ ਲੱਭ ਕੇ ਦੇ ਦੇਣਾ, ਉਹਦਾ ਬਦਲ, ਪੰਜਾਬੀ ਦਾ ਬਦਲ ਲੱਭ ਕੇ ਦੇ ਦੇਣਾ। ਮੈਂ ਉਹਦੇ ਖੁਦ ਦਾ ਨਹੀਂ ਚਾਹੁੰਦਾ। ਭਾਸ਼ਾ ਨੂੰ ਇਨਰਿਚ ਕੇਵਲ ਪੜ੍ਹੇ ਲਿਖੇ ਲੋਕ ਨਹੀਂ ਕਰਦੇ ਹੁੰਦੇ, ਭਾਸ਼ਾ ਨੂੰ ਹਮੇਸ਼ਾ ਅਮੀਰ ਅਨੁਭਵੀ ਲੋਕ ਬਣਾਉਂਦੇ ਆ। ਸਾਡੇ ਕੋਲ ਸਮਰਸੀਬਲ ਪੰਪ ਆਏ, ਸਾਡੇ ਵਰਗੇ ਜੇ ਬੁੱਧੀਜੀਵੀਆਂ ਨੂੰ ਕਹਿੰਦੇ ਅਸੀਂ ਮੱਥਾ ਮਾਰੀ ਜਾਣਾ ਸੀ। ਪੰਜਾਬ ਦੀਆਂ ਮਾਈਆਂ ਨੇ, ਜਿਨ੍ਹਾਂ ਨੂੰ ਅਸੀਂ ਅਨਪੜ੍ਹ ਮਾਈਆਂ ਕਹਿੰਦੇ ਆ, ਉਹਨਾਂ ਨੇ ਮੋਟਰ ਮੱਛੀ ਸੰਕਲਪ ਲੱਭ ਲਿਆ। ਮੈਂ ਆਪਣੀ ਭੈਣ ਦੇ ਘਰ ਗਿਆ, ਮੈਂ ਕਿਹਾ ਕੀ ਕਰੀ ਜਾਂਦੇ ਆ? ਕਹਿੰਦੇ ਵਿਹੜੇ 'ਚ ਮੋਟਰ ਮੱਛੀ ਪਾਉਂਦੇ। ਕਿੰਨਾ ਖੂਬਸੂਰਤ ਸ਼ਬਦ ਆ ਕਿ ਜਿਹੜੀ ਮੋਟਰ ਪਾਣੀ 'ਚ ਡੁੱਬੀ ਰਹਿਣੀ ਆ। ਲੋਕਾਂ ਨੇ ਸ਼ਬਦ ਲੱਭ ਲਿਆ। ਜਦੋਂ ਤੁਹਾਡਾ ਬਾਹ ਪਾਏਗਾ ਤੁਸੀਂ ਸ਼ਬਦ ਲੱਭ ਲਓਗੇ। ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਇੱਥੇ ਸਾਡੇ ਦੇਸ਼ ਵਿੱਚ ਇਨਵੇਡਰ ਆਉਂਦੇ ਰਹੇ। ਜਦੋਂ ਇੱਥੇ ਅਰਬ ਆਏ, ਜਦੋਂ ਇੱਥੇ ਫਾਰਸੀ ਵਾਲੇ ਆਏ, ਫਾਰਸ ਤੋਂ ਲੋਕ ਆਏ ਤੇ ਅਰਬ ਆਏ, ਉਹਨਾਂ ਨੇ ਆਪਣੀਆਂ ਭਾਸ਼ਾਵਾਂ ਵੀ ਪੜ੍ਹਾਈਆਂ। ਪ੍ਰਸ਼ਾਸਨ ਦੀ ਭਾਸ਼ਾ ਰਣਜੀਤ ਸਿੰਘ ਦੇ ਵੇਲੇ ਫਾਰਸੀ ਰਹੀ ਆ, ਪਰ ਅਰਬ ਇੱਥੇ ਕਦੇ ਵੀ ਹਾਵੀ ਨਹੀਂ ਰਹੇ। ਅਰਬਾਂ ਨੇ ਸਾਡੇ ਸਾਰੇ ਦੇ ਸਾਰੇ ਗ੍ਰੰਥ ਜਿਹੜੇ ਸੰਸਕ੍ਰਿਤ ਵਿੱਚ ਮਿਲਦੇ ਸੀ, ਅਰਬੀ ਲੋਕਾਂ ਨੇ, ਫਾਰਸ ਦੇ ਲੋਕਾਂ ਨੇ, ਫਾਰਸੀ ਵਾਲੇ ਲੋਕਾਂ ਨੇ ਆ ਕੇ ਸਾਡੀਆਂ ਜ਼ੁਬਾਨਾਂ ਸਿੱਖੀਆਂ, ਸੰਸਕ੍ਰਿਤ ਸਿੱਖੀ ਤੇ ਸਾਰੇ ਸੰਸਕ੍ਰਿਤ ਦੇ ਗ੍ਰੰਥ ਪਹਿਲਾਂ ਅਰਬੀ ਤੇ ਫਾਰਸੀ ਵਿੱਚ ਅਨੁਵਾਦ ਹੋਏ ਆ, ਅੰਗਰੇਜ਼ੀ ਵਿੱਚ ਬਾਅਦ ਅਨੁਵਾਦ ਹੋਏ ਆ। ਜਿਹਨੂੰ ਅਸੀਂ ਅੱਜ ਅੰਗਰੇਜ਼ੀ ਨੂੰ ਬਹੁਤ ਵਿਕਸਿਤ ਭਾਸ਼ਾ ਕਹਿੰਦੇ ਆ, ਇਹ ਅਰਬੀ ਤੇ ਫਾਰਸੀ ਨਾਲੋਂ ਕਿਤੇ ਪਿਛੜੀ ਹੋਈ ਭਾਸ਼ਾ ਆ। ਅੰਗਰੇਜ਼ੀ ਨੇ ਬਹੁਤ ਕੁਝ ਐਸਾ ਚੋਰੀ ਕੀਤਾ ਜਿਹੜਾ ਅਰਬੀ ਤੇ ਫਾਰਸੀ ਦੇ ਸਰੋਤਾਂ ਰਾਹੀਂ ਉਹਨਾਂ ਕੋਲੇ ਗਿਆ। ਦੂਜੀ ਗੱਲ ਮੈਂ ਇਹਦੇ ਨਾਲ ਹੀ ਕਹਿਣਾ ਚਾਹੁੰਦਾ ਕਿ ਹਰ ਭਾਸ਼ਾ ਦੀ ਇੱਕ ਸਮਰੱਥਾ ਹੁੰਦੀ ਆ। ਭਾਸ਼ਾ ਦੂਜੀਆਂ ਭਾਸ਼ਾਵਾਂ ਤੋਂ ਨਵੇਂ ਸ਼ਬਦ ਲੈਂਦੀ ਆ। ਭਾਸ਼ਾ ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਲੈ ਕੇ ਉਹਨਾਂ ਨੂੰ ਆਪਣੇ ਬੋਲਚਾਲ ਦੇ ਲਹਿਜੇ ਤੇ ਆਪਣੇ ਉਚਾਰਨ ਦੇ ਲਹਿਜੇ ਅਨੁਸਾਰ ਬਦਲ ਵੀ ਲੈਂਦੀ ਆ। ਜੇ ਬਾਹਰੋਂ ਟਰੈਕਟਰ ਆਇਆ ਤਾਂ ਅਸੀਂ ਟਰੈਕਟਰ ਸ਼ਬਦ ਵੀ ਨਾਲ ਲੈ ਲਿਆ। ਜੇ ਟੈਲੀਫੋਨ ਬਾਹਰੋਂ ਆਇਆ ਤਾਂ ਅਸੀਂ ਟੈਲੀਫੋਨ ਸ਼ਬਦ ਵੀ ਲੈ ਲਿਆ। ਅਸੀਂ ਟੈਲੀਫੋਨ ਦੀ ਥਾਂ ਤੇ ਅੱਜ ਦੂਰ ਭਾਸ਼ਾ ਨਹੀਂ ਵਰਤਦੇ, ਕਿਉਂਕਿ ਦੂਰ ਭਾਸ਼ਾ ਹੁਣ ਸਾਡੇ ਲਈ ਉਸ ਤਰ੍ਹਾਂ ਦੀ ਓਪਰਾ ਸ਼ਬਦ ਹੋ ਗਿਆ। ਟੈਲੀਫੋਨ ਸਾਡੇ ਲਈ ਆਮ ਕਾਮਨ ਸ਼ਬਦ ਹੋ ਗਿਆ। ਭਾਸ਼ਾਵਾਂ ਨੇ ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਲੈਣੇ ਵੀ ਆ, ਦੂਜੀਆਂ ਭਾਸ਼ਾਵਾਂ ਨੂੰ ਸ਼ਬਦ ਦੇਣੇ ਵੀ ਆ। ਭਾਸ਼ਾ ਨੇ ਆਪਣਾ ਲਹਿਜਾ ਵੀ ਬਦਲਣਾ ਆ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਦਿਨ ਪੰਜਾਬੀ 'ਚ ਕੋਈ ਐਸੀ ਗੱਲ ਨਹੀਂ ਕਹਿ ਸਕਦੀ। ਜੇ ਆਪਾਂ ਤੁਲਨਾ ਹੀ ਕਰਨੀ ਹੋਵੇ ਤਾਂ ਅੱਜ ਡਾਕਟਰ ਮਨਮੋਹਨ ਸਿੰਘ ਨੂੰ ਦੁਨੀਆ ਦੇ ਬਹੁਤ ਸੂਝਵਾਨ ਸਿਆਸਤਵਾਨਾਂ ਵਿੱਚ ਵੀ ਗਿਣਿਆ ਜਾਂਦਾ ਤੇ ਦੁਨੀਆ ਦੇ ਵੱਡੇ ਅਰਥ ਸ਼ਾਸਤਰੀ ਨੇ। ਉਹਨਾਂ ਦੀ ਸਾਰੀ ਜਿਹੜੀ ਸਕੂਲਿੰਗ ਆ ਉਹ ਇੱਕ ਪੇਂਡੂ ਸਕੂਲ 'ਚ ਹੋਈ ਆ ਤੇ ਪੰਜਾਬੀ ਮਾਧਿਅਮ 'ਚ ਪੜ੍ਹੇ ਨੇ। ਜੇ ਹਰਗੋਬਿੰਦ ਖੁਰਾਣਾ ਵਰਗੇ ਪੰਜਾਬੀ ਮਾਧਿਅਮ 'ਚ ਪੜ੍ਹ ਕੇ ਜਾ ਕੇ ਨੋਬਲ ਪ੍ਰਾਈਜ਼ ਲੈ ਸਕਦੇ ਆ ਤਾਂ ਪੰਜਾਬੀ ਦੀ ਭਾਸ਼ਾ ਦੀ ਸਮਰੱਥਾ ਨੂੰ ਅਸੀਂ ਅਣਡਿੱਠ ਨਹੀਂ ਕਰ ਸਕਦੇ।